ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਰਮਜੀਤ ਕੌਰ ਸੈਣੀ ਨਿੱਘਾ ਸਵਾਗਤ ਕਰਦੀ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਲਾਈਵ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਸੋ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਬਾਬਤ ਆਰ-ਪਾਰ ਦੀ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਨਕ ਜੀ। ਸਭ ਤੋਂ ਪਹਿਲਾਂ ਮਾਨਕ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਤੋਂ। ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਮਾਨਕ ਸਾਹਿਬ, ਠੰਡ ਵੱਧਦੀ ਜਾ ਰਹੀ ਹੈ ਤੇ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ, ਮਾਹੌਲ ਗਰਮਾਉਂਦਾ ਜਾ ਰਿਹਾ ਤੇ ਗੱਲ ਕਰ ਲੈਂਦੇ ਹਾਂ ਫਿਰ ਅਕਾਲੀ ਦਲ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਸੁਰਖੀਆਂ ਦੇ ਵਿੱਚ ਹੈ। ਕਿਉਂਕਿ ਬੀਤੇ ਦਿਨ ਹੀ ਇੱਕ ਝਟਕਾ ਲੱਗਾ ਹੈ ਅਕਾਲੀ ਦਲ ਨੂੰ ਜਦੋਂ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋ ਗਏ। ਤੇ ਹੁਣ ਮਾਹਰ ਤਾਂ ਇਹ ਵੀ ਕਹਿੰਦੇ ਨੇ ਕਿ ਹਜੇ ਅਕਾਲੀ ਦਲ ਤਿਆਰ ਰਹੇ, ਹੋਰ ਝਟਕੇ ਵੀ ਸਹਿਣੇ ਪੈ ਸਕਦੇ ਨੇ। ਕੀ ਕਹਿਣਾ ਚਾਹੋਗੇ? ਪਰਮਜੀਤ ਜੀ, ਗੱਲ ਇਹ ਆ ਕਿ ਇੱਕ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਇਸ ਤਰ੍ਹਾਂ ਦੀ ਆ ਕਿ ਜਿਹੜੇ ਵੀ ਪ੍ਰਦੇਸ਼ 'ਚ ਚੋਣਾਂ ਹੋਣੀਆਂ ਹੋਣ ਉਹਦੇ ਵਿੱਚ ਜਿਹੜੇ ਵੀ ਲੋਕ ਚੋਣਾਂ ਜਿੱਤਣ ਲਈ ਭਾਜਪਾ ਲਈ ਸਹਾਈ ਹੋਣ ਉਹਨਾਂ ਨੂੰ ਪਹਿਲਾਂ ਤਾਂ ਲਾਲਚ ਦੇ ਕੇ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ। ਜੇ ਲਾਲਚ ਨਾ ਕੰਮ ਕਰਨ ਤੇ ਸੁਰੱਖਿਆ ਏਜੰਸੀਆਂ ਜਿਹੜੀਆਂ ਉਹ ਸੰਬੰਧਿਤ ਲੀਡਰਾਂ ਦੇ ਪੋਤੜੇ ਫੋਲਦੀਆਂ ਕਿ ਇਹਨਾਂ ਨੇ ਕੁਝ ਗਲਤ ਕੀਤਾ ਹੋਵੇ ਤਾਂ ਉਹ ਕੋਈ ਜਾਣਕਾਰੀ ਮਿਲ ਸਕੇ ਤੇ ਈਡੀ ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਛਾਪੇ ਮਰਵਾਏ ਜਾ ਸਕਣ। ਇਸ ਤਰ੍ਹਾਂ ਦੇ ਦਾਅ ਜਿਹੜੇ ਆ ਵਰਤੇ ਜਾਂਦੇ ਆ। ਇਸ ਤਰ੍ਹਾਂ ਦੇ ਦਾਅ ਆਪਣੇ ਸਮੇਂ 'ਚ ਜਦੋਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ ਉਹ ਵੀ ਵਰਤਦੀ ਸੀ ਤੇ ਉਹ ਤੋਂ ਬਾਅਦ ਭਾਜਪਾ ਵੀ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਦਾਅ ਵਰਤਦੀ ਹੈ। ਤੇ ਇਸ ਸੰਦਰਭ 'ਚ ਇਹ ਵੀ ਖਬਰਾਂ ਆ ਰਹੀਆਂ ਕਿ ਮਨਜੀਤ ਸਿੰਘ ਸਿਰਸਾ ਦੇ ਖਿਲਾਫ ਵੀ ਕਈ ਤਰ੍ਹਾਂ ਦੇ ਕੇਸ ਦਰਜ ਸੀਗੇ ਤੇ ਉਹਦੇ ਤੇ ਦਬਾਅ ਪੈ ਰਿਹਾ ਸੀਗਾ, ਜਿਹੜਾ ਸਿਆਸੀ ਦਬਾਅ ਪੈ ਰਿਹਾ ਸੀ। ਤੇ ਉਹ ਜਿਹੜੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਜਿਹੜੇ ਉਹਨਾਂ ਤੇ ਕੇਸ ਕੁਛ ਦਰਜ ਸੀ, ਜਿਹੜਾ ਸਿਆਸੀ ਦਬਾਅ ਉਹਨਾਂ ਤੇ ਪੈ ਰਿਹਾ ਸੀ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਸੀਆਂ ਕਿ ਵੱਖ-ਵੱਖ ਕੇਸਾਂ 'ਚ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ। ਤੇ ਇਹ ਕਿਹਾ ਜਾ ਰਿਹਾ ਕਿ ਇਹਦੇ ਕਰਕੇ ਉਹਨਾਂ ਨੇ ਪਾਲਾ ਬਦਲਿਆ ਜੀ। ਦੂਜੀ ਗੱਲ ਪਰਮਜੀਤ ਜੀ ਇਹ ਆ ਕਿ ਜਦੋਂ ਕੋਈ ਰਾਜਨੀਤਿਕ ਪਾਰਟੀ ਆਪਣਾ ਜਿਹੜਾ ਸਿਧਾਂਤ ਹੈ, ਆਪਣਾ ਬੁਨਿਆਦੀ ਸਿਧਾਂਤ ਜਿਹੜੇ ਹੁੰਦੇ ਆ ਉਹਨਾਂ ਦੇ ਉੱਪਰ ਪ੍ਰਤੀਬੱਧ ਨਾ ਰਹੇ ਤੇ ਉਹ ਸਮਝੌਤੇ ਕਰੇ ਤੇ ਫਿਰ ਉਹਦਾ ਜਿਹੜੇ ਲੀਡਰ ਆ ਤੇ ਉਹਨਾਂ ਦਾ ਜਿਹੜਾ ਕੇਡਰ ਹੈ ਉਹਦੇ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਜਾਂਦੀਆਂ। ਇਹਦੇ 'ਚ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਲੰਮੇ ਸਮੇਂ ਤੱਕ ਗੱਠਜੋੜ ਰਿਹਾ ਪੰਜਾਬ 'ਚ, 15 ਸਾਲ ਦੇ ਲਗਭਗ ਇਹਨਾਂ ਨੇ ਇਕੱਠਿਆਂ ਸਰਕਾਰਾਂ ਚਲਾਈਆਂ, 3 ਸਰਕਾਰਾਂ ਬਣਾਈਆਂ ਤੇ ਚਲਾਈਆਂ ਤੇ ਉਹਦੇ 'ਚ ਇਹਨਾਂ ਦਾ ਜਿਹੜੀਆਂ ਬਹੁਤ ਸਾਰੀਆਂ ਕਮੀਆਂ ਕਮਜ਼ੋਰੀਆਂ ਅਕਾਲੀ ਦਲ ਦੇ ਕੇਡਰ ਵਿੱਚ ਆਈਆਂ, ਭਾਜਪਾ ਦੇ 'ਚ ਵੀ ਆਈਆਂ। ਭਾਜਪਾ ਦੇ ਲੀਡਰ ਵੀ ਪਾਲਾ ਬਦਲ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਆ, ਹੁੰਦੇ ਰਹੇ ਆ ਤੇ ਇਸੇ ਤਰ੍ਹਾਂ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਭਾਜਪਾ 'ਚ ਸ਼ਾਮਲ ਹੁੰਦੇ ਰਹੇ ਆ ਕਿਉਂਕਿ ਦੋਨਾਂ ਪਾਰਟੀਆਂ ਦਾ ਜਿਹੜਾ ਸਿਧਾਂਤਕ ਜਿਹੜੀ ਦੂਜੀ ਪ੍ਰਤੀਬੱਧਤਾ ਆ ਉਹ ਦੋਨਾਂ ਪਾਰਟੀਆਂ ਦੇ ਵਿੱਚ ਅਜਿਹੇ ਲੋਕ ਹੈਗੇ ਜਿਨ੍ਹਾਂ ਦੀ ਉਹ ਸਿਧਾਂਤਕ ਪ੍ਰਤੀਬੱਧਤਾ ਜਿਹੜੀ ਕਮਜ਼ੋਰ ਹੋਈ ਹੈ ਸਮੇਂ ਦੇ ਨਾਲ। ਤੇ ਜਿਹੜੀਆਂ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਜਿਹਦੀ ਇੱਕ ਵੱਖਰੀ ਪਹਿਚਾਣ ਤੇ ਇੱਕ ਵੱਖਰਾ ਜਿਹੜਾ ਸਿਧਾਂਤ ਹੈ, ਜਿਹੜੀ ਗੁਰੂ ਸਾਹਿਬਾਨ ਉਸ ਕਹਿੰਦੇ ਦਾਅਵਾ ਕਰਦੇ ਕਿ ਅਸੀਂ ਗੁਰੂ ਸਾਹਿਬਾਨ ਦੇ ਸਿਧਾਂਤ ਆ ਜਿਹੜੇ ਉਹਨਾਂ ਨੂੰ ਲੈ ਕੇ ਅੱਗੇ ਚੱਲਦੇ ਹਾਂ ਤੇ ਉਹ ਜਿਹੜਾ ਪੰਜਾਬ ਦੇ ਇਤਿਹਾਸ ਵਿਰਸੇ ਨਾਲ ਅਸੀਂ ਪ੍ਰਤੀਬੱਧਤਾ ਰੱਖਦੇ ਹਾਂ। ਇਹ ਚੀਜ਼ਾਂ ਜਿਹੜੀਆਂ ਸਮੇਂ ਦੇ ਨਾਲ ਕਮਜ਼ੋਰ ਹੋਈਆਂ ਤੇ ਇਸ ਸੰਬੰਧੀ ਕੋਈ ਸਿੱਖਿਆ ਦੇਖਿਆ ਜਿਹੜੇ ਨਵੇਂ ਲੋਕ ਪਾਰਟੀ 'ਚ ਆਉਂਦੇ ਆ ਉਹਨਾਂ ਨੂੰ ਇਹਦੇ ਬਾਰੇ ਕੋਈ ਸਿੱਖਿਆ ਦੇਖਿਆ ਵੀ ਨਹੀਂ ਦਿੱਤੀ ਜਾਂਦੀ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਸੀ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚ ਜਿਹੜੇ ਭਾਵੇਂ ਅਕਾਲੀ ਦਲ ਬਾਦਲ ਜਿੱਤ ਗਿਆ ਸੀ ਤੇ ਜਿਹੜਾ ਮਨਜਿੰਦਰ ਸਿੰਘ ਸਿਰਸਾ ਜਿਹੜੀ ਆ ਆਪਣੀ ਹਲਕੇ ਤੋਂ ਚੋਣ ਹਾਰ ਗਏ ਸੀ ਪੰਜਾਬੀ ਬਾਗ ਤੋਂ ਤੇ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਨੋਮੀਨੇਸ਼ਨ ਉਹਦੀ ਨਿਯੁਕਤੀ ਕੀਤੀ ਗਈ ਕਿ ਉਹਨਾਂ ਨੂੰ ਨਿਯੁਕਤ ਕਰਕੇ ਪ੍ਰਧਾਨ ਬਣਾ ਲਿਆ ਜਾਵੇ। ਪਰ ਉਹਦੇ 'ਚ ਇੱਕ ਯੋਗਤਾ ਸੀ ਵੀ ਜਿਹੜਾ ਮੈਂਬਰ ਹੈ ਉਹਨੂੰ ਪੰਜਾਬੀ ਆਉਣੀ ਚਾਹੀਦੀ ਹੈ, ਸ਼ੁੱਧ ਪੰਜਾਬੀ ਲਿਖਣੀ ਆਉਣੀ ਚਾਹੀਦੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਸ਼ੁੱਧ ਪੰਜਾਬੀ ਲਿਖਣ 'ਚ ਫੇਲ ਹੋ ਗਿਆ ਸੀ ਤੇ ਇਸ ਕਰਕੇ ਉਹਨਾਂ ਦੇ ਪ੍ਰਧਾਨ ਬਣਨ ਦਾ ਨਵੀਂ ਕਾਰਜਕਾਰਨੀ 'ਚ ਉਹਨਾਂ ਦੇ ਪ੍ਰਧਾਨ ਬਣਨ ਦੇ ਰਾਹ 'ਚ ਮੁਸ਼ਕਲਾਂ ਖੜੀਆਂ ਹੋ ਗਈਆਂ ਸੀ। ਤੇ ਇਹ ਤੋਂ ਵੀ ਪਤਾ ਲੱਗਦਾ ਕਿ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜੇ ਆ ਅਜਿਹੇ ਲੀਡਰ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਸਿੱਖ ਇਤਿਹਾਸ ਬਾਰੇ ਪਤਾ ਨਹੀਂ, ਗੁਰਬਾਣੀ ਬਾਰੇ ਪਤਾ ਨਹੀਂ, ਜਿਹੜੇ ਕਿ ਜਦੋਂ ਕਿ ਅਕਾਲੀ ਦਲ ਦਾਅਵਾ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਆਪਣੀ ਪ੍ਰਤੀਬੱਧਤਾ ਦੀ ਤੇ ਜੋ ਇਸ ਤਰ੍ਹਾਂ ਦੇ ਜਿਹੜੇ ਕੱਚੇ ਸਿਧਾਂਤਾਂ ਵਾਲੇ ਲੋਕ ਆ ਜਾਂਦੇ ਆ ਜਦੋਂ ਉਹਨਾਂ ਤੇ ਸਿਆਸੀ ਦਬਾਅ ਪੈਂਦਾ, ਕਿਸੇ ਤਰ੍ਹਾਂ ਦਾ ਏਜੰਸੀਆਂ ਕੇਂਦਰੀ ਏਜੰਸੀਆਂ ਤੋਂ ਦਬਾਅ ਪੈਂਦਾ
ਤੇ ਉਹਨਾਂ ਦੀ ਜਾਂ ਉਹਨਾਂ 'ਚ ਜਿਹੜੀ ਪ੍ਰਤੀਬੱਧਤਾ ਨਹੀਂ ਹੁੰਦੀ ਸਿਧਾਂਤਾਂ ਪ੍ਰਤੀ, ਇਹ ਦੋ ਕਾਰਨਾਂ ਕਰਕੇ ਉਹ ਪੜਾ ਬਦਲ ਲੈਂਦੇ ਆ। ਤੇ ਜੇ ਉਹਨਾਂ ਨੂੰ ਆਪਣੀ ਪਾਰਟੀ 'ਚ ਲੱਗੇ ਕਿ ਸਾਡੀ ਪਾਰਟੀ ਦਾ ਤਾਂ ਭਵਿੱਖ ਹੁਣ ਧੁੰਦਲਾ ਨਜ਼ਰ ਆ ਰਿਹਾ, ਇਹਦੇ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਕੋਈ ਸੱਤਾ ਚਾਹਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਹੈਗੀਆਂ, ਤੇ ਉਹ ਫਿਰ ਦੇਖਦੇ ਆ ਵੀ ਜਿਹੜੀ ਅਗਲੀ ਕਿਹੜੀ ਪਾਰਟੀ 'ਚ ਜਾ ਸਕਦੇ ਆ ਜਿੱਥੇ ਸਾਡਾ ਭਵਿੱਖ ਬਿਹਤਰ ਹੋ ਸਕੇ, ਕਿ ਜਿਹੜੇ ਜਾਂ ਕਿਸੇ ਪਾਰਟੀ ਨਾਲ ਜੁੜ ਕੇ ਸਾਨੂੰ ਅਹੁਦੇ ਮਿਲ ਸਕਣ। ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਹੜੇ ਆ ਦੂਜੇ ਲੀਡਰ ਪੜਾ ਬਦਲਦੇ ਆ। ਪਰ ਉਹਦੇ 'ਚ ਮਨਜਿੰਦਰ ਸਿੰਘ ਸਿਰਸਾ ਦਾ, ਕਿਉਂਕਿ ਦਿੱਲੀ ਦੀ ਸਿੱਖ ਰਾਜਨੀਤੀ 'ਚ ਖਾਸ ਕਰਕੇ ਧਾਰਮਿਕ ਰਾਜਨੀਤੀ 'ਚ ਦਿੱਲੀ ਬਹੁਤ ਕੱਦ ਵੱਡਾ ਹੋ ਗਿਆ ਸੀਗਾ। ਲੰਮੇ ਸਮੇਂ ਤੱਕ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਆ। ਇਸ ਤੋਂ ਇਲਾਵਾ ਪਰਮਜੀਤ ਜੀ ਉਹਨਾਂ ਨੇ ਆ ਕਰੋਨਾ ਮਹਾਮਾਰੀ ਦੇ ਸਮੇਂ 'ਚ ਬਹੁਤ ਜ਼ਿਆਦਾ ਕੰਮ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ। ਜਿਹੜੇ ਡਾਕਟਰਾਂ ਨਰਸਾਂ ਨੂੰ ਜਦੋਂ ਬਿਮਾਰੀ ਫੈਲੀ, ਲੋਕ ਕਿਰਾਏ ਤੇ ਕਮਰੇ ਨਹੀਂ ਦਿੰਦੇ ਸੀ, ਉਹਨਾਂ ਦਾ ਗੁਰਦੁਆਰਿਆਂ ਵਿੱਚ ਰਹਿਣ ਦਾ ਉਹਨਾਂ ਨੇ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਜਿਹੜੇ ਕਈ ਤਰ੍ਹਾਂ ਦੇ ਟੈਸਟ ਕਰਵਾਉਣ ਲਈ ਜਿਹੜੇ ਆਪਣੇ ਗੁਰਦੁਆਰਿਆਂ 'ਚ ਹਸਪਤਾਲਾਂ ਦੇ ਪ੍ਰਬੰਧ ਕੀਤੇ, ਲੋਕਾਂ ਨੂੰ ਵੱਡੀ ਪੱਧਰ ਤੇ ਲੰਗਰ ਛਕਾਇਆ, ਤੇ ਉਹ ਲਗਾਤਾਰ ਖਬਰਾਂ 'ਚ ਰਹੇ, ਬਹੁਤ ਸਾਰੇ ਕੰਮ ਕੀਤੇ ਆ। ਤੇ ਹੁਣ ਜਦੋਂ ਉਹ ਭਾਜਪਾ 'ਚ ਚਲ ਗਿਆ ਤੇ ਉਹ ਅਕਾਲੀ ਦਲ ਨੂੰ ਦਿੱਲੀ ਵਿੱਚ, ਨਾ ਕੇਵਲ ਦਿੱਲੀ 'ਚ ਬਲਕਿ ਪੰਜਾਬ 'ਚ ਵੀ ਇਹਦੇ ਨੁਕਸਾਨ ਦਾ ਸਾਹਮਣਾ ਕਰਨਾ ਪਏਗਾ। ਬਿਲਕੁਲ ਮਾਨਕ ਸਾਹਿਬ, ਇਹਨਾਂ ਦੇ ਨਾਲ ਹੀ ਪਰਮਿੰਦਰ ਬਰਾੜ ਜੋ ਕਿ ਸੁਖਬੀਰ ਬਾਦਲ ਹੋਰਾਂ ਦੇ ਕਰੀਬੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਕਾਂਗਰਸ ਜੁਆਇਨ ਕੀਤੀ ਤੇ ਕੱਲ ਫਿਰ ਸਿਰਸਾ ਹੋਰਾਂ ਦੇ ਨਾਲ ਹੀ ਭਾਜਪਾ ਦੇ ਵਿੱਚ ਉਹ ਵੀ ਚਲੇ ਗਏ। ਜਿਵੇਂ ਤੁਸੀਂ ਗੱਲ ਕੀਤੀ ਕਿ ਕੱਚੇ ਸਿਧਾਂਤ, ਹਲਕੇ ਕਿਰਦਾਰ, ਹੁਣ ਰੁੱਤ ਦਲ ਬਦਲੀਆਂ ਦੀ ਆਈ, ਇਹ ਸਭ ਦਲ ਬਦਲਣਗੇ, ਸਭ ਚੋਣਾਂ ਦੇ ਕਰਕੇ, ਸਿਆਸਤ ਦੇ ਕਰਕੇ ਹੋ ਰਿਹਾ। ਉਸੇ ਦੇ ਵਿੱਚ ਜੇਕਰ ਅਸੀਂ ਭਾਜਪਾ ਦੀ ਗੱਲ ਕਰੀਏ, ਬੀਤੇ ਅੱਜ ਤੋਂ ਠੀਕ 10 ਦਿਨ ਪਹਿਲਾਂ ਤੱਕ ਤਾਂ ਇਹੀ ਗੱਲ ਚੱਲਦੀ ਸੀ ਕਿ ਭਾਜਪਾ ਦੀ ਹਾਲਤ ਪਾਣੀ ਨਾਲੋਂ ਪਤਲੀ ਹੈ। ਇਹ ਜੋ 117 ਸੀਟਾਂ ਤੇ ਚੋਣਾਂ ਲੜਨ ਦੀ ਗੱਲ ਕਰ ਰਹੇ ਨੇ, ਇਹ 117 ਬੰਦੇ ਲੱਭ ਕੇ ਵਿਖਾ ਦੇਣ। ਪਰ ਜਿਵੇਂ ਅੱਜ ਭਾਜਪਾ ਮਜ਼ਬੂਤ ਹੁੰਦੀ ਜਾ ਰਹੀ ਹੈ, ਇੱਕ ਪਾਸੇ ਕਿਸਾਨੀ ਅੰਦੋਲਨ ਖਤਮ ਤੇ ਦੂਸਰੇ ਪਾਸੇ ਭਾਜਪਾ ਦਾ ਗ੍ਰਾਫ ਉੱਚਾ ਹੋਣਾ ਸ਼ੁਰੂ ਹੋ ਗਿਆ। ਫਿਰ ਲੱਗਦਾ ਹੈ ਕਿ ਕਿਉਂਕਿ ਬੀਤੇ ਦਿਨ ਮਨਪ੍ਰੀਤ ਇਆਲੀ ਹੋਰਾਂ ਦੇ ਉੱਪਰ ਈਡੀ ਦੀ ਰੇਡ ਪਈ, ਫਿਰ ਸੁਖਬੀਰ ਬਾਦਲ ਹੋਰਾਂ ਨਾਲ ਸੰਬੰਧਿਤ ਇੱਕ ਮੀਡੀਆ ਅਦਾਰੇ ਦੇ ਉੱਪਰ ਰੇਡ ਦਾ ਪੈਣਾ, ਕਈ ਤਰ੍ਹਾਂ ਦੇ ਸੰਕੇਤ, ਜਿਵੇਂ ਤੁਸੀਂ ਪਹਿਲਾਂ ਵੀ ਉਸ ਦਿਨ ਚਰਚਾ ਕੀਤੀ ਸੀ ਕਿ ਇਹ ਸੰਕੇਤ ਹੀ ਹੈ। ਲੱਗਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਚਾਹੁੰਦੀ ਹੈ ਕਿ ਅਕਾਲੀ ਦਲ ਫਿਰ ਜੂਨੀਅਰ ਭਾਈਵਾਲ ਰਵੇ ਤੇ ਹੁਣ ਉਹ ਸੀਨੀਅਰ ਭਾਈਵਾਲ ਬਣ ਕੇ ਪੰਜਾਬ 'ਚ ਐਂਟਰੀ ਕਰੇ। ਉਹਦੇ 'ਚ ਪਰਮਜੀਤ ਜਿੱਦਾਂ ਤੁਸੀਂ ਜ਼ਿਕਰ ਕੀਤਾ, ਮਨਪ੍ਰੀਤ ਸਿੰਘ ਇਆਲੀ ਦੇ ਛਾਪੇ ਮਾਰੇ ਗਏ ਸੀ, ਫਿਰ ਸੁਖਬੀਰ ਸਿੰਘ ਬਾਦਲ ਦਾ ਇੱਕ ਨੇੜਲਾ ਜਿਹੜਾ ਮੀਡੀਆ ਅਦਾਰਾ ਉਹਦੇ ਪਰ ਮਾਰੇ ਗਏ ਸੀ। ਉਹਦੇ 'ਚ ਬਿਲਕੁਲ ਸੰਕੇਤ ਇਹੀ ਆ ਕਿ ਜਾਂ ਤਾਂ ਜੂਨੀਅਰ ਪਾਰਟਨਰ ਵਜੋਂ ਸਾਡੇ ਨਾਲ ਆ ਜਾਵੇ ਅਕਾਲੀ ਦਲ ਆ ਜਾਵੇ, ਨਹੀਂ ਤਾਂ ਫਿਰ ਕੇਂਦਰੀ ਏਜੰਸੀਆਂ ਜਿਹੜੀਆਂ ਉਹਨਾਂ ਦੇ ਛਾਪਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਵੇ। ਤੇ ਇਹ ਕਿਸਮ ਦੀ ਸਿੱਧੇ ਢੰਗ ਨਾਲ ਦਬਾਅ ਪਾਉਣ ਦੀ ਰਾਜਨੀਤੀ ਹੈ। ਤੇ ਇਹਨਾਂ ਜਿਹਨਾਂ ਕਿ ਅਕਾਲੀ ਦਲ ਜਿਹੜਾ ਵਰਤਮਾਨ ਅਕਾਲੀ ਦਲ ਆ, ਉਹਦੀ ਲੀਡਰਸ਼ਿਪ ਉਸ ਤਰ੍ਹਾਂ ਦੀ ਨਹੀਂ ਹੈਗੀ ਜਿਹੜੀ ਕੁਝ ਦਹਾਕੇ ਪਹਿਲਾਂ ਸੀਗੀ, ਜਿਹੜੀ ਲੀਡਰਸ਼ਿਪ ਸੀਗੀ, ਜਿਨ੍ਹਾਂ ਦੇ ਕੋਲ ਛਪਾਉਣ ਲਈ ਕੁਝ ਨਹੀਂ ਸੀ। ਉਹ ਕਾਰੋਬਾਰੀ ਲੋਕ ਨਹੀਂ ਸੀਗੇ, ਉਹ ਆਪਣੇ ਸਿਧਾਂਤਾਂ ਨੂੰ ਪਰਨਾਏ ਹੋਏ ਲੋਕ ਸੀਗੇ, ਤੇ ਉਹ ਜਿਹੜਾ ਸਰਕਾਰਾਂ ਦਾ ਸਾਹਮਣਾ ਕਰਨ ਦਾ ਉਹਨਾਂ 'ਚ ਬਲ ਸੀਗਾ, ਉਹਨਾਂ ਨੈਤਿਕ ਬਲ ਵੀ ਸੀਗਾ, ਤੇ ਉਹਨਾਂ ਦੇ ਰਾਜਨੀਤਿਕ ਤੌਰ ਤੇ ਵੀ ਉਹ ਦ੍ਰਿੜ ਲੋਕ ਸੀਗੇ ਜਿਨ੍ਹਾਂ ਨੇ ਅਕਾਲੀ ਦਲ ਬਣਾਇਆ ਤੇ ਦਹਾਕਿਆਂ ਤੱਕ ਚਲਾਇਆ, ਤੇ ਵੱਡੀ ਜਿਹੜੀ ਸਮੇਂ ਦੀ ਸਤਾ ਸੀ ਉਹਦੇ ਨਾਲ ਉਹ ਟਕਰਾਏ। ਜੇ ਅਕਾਲੀ ਦਲ ਦਾ ਤਾਂ ਇਤਿਹਾਸ ਰਿਹਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ, ਜਿਹੜਾ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ, ਗੁਰਦੁਆਰਾ ਸੁਧਾਰ ਲਹਿਰ ਲਈ ਲੜਾਈ ਲੜੀ, ਅਨੇਕਾਂ ਮੋਰਚੇ ਉਹਨਾਂ ਨੇ ਚਲਾਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਕਾਲੀ ਦਲ ਦੇ ਲੀਡਰਾਂ ਨੇ ਤੇ ਅਕਾਲੀ ਦਲ ਨਾਲ ਸੰਬੰਧਿਤ ਮੋਰਚਿਆਂ ਵਿੱਚ ਹੋਰ ਲੋਕਾਂ ਨੇ। ਤੇ ਉਹ ਤੋਂ ਬਾਅਦ ਇੰਦਰਾ ਗਾਂਧੀ ਦੀ ਸਤਾ ਦੇਸ਼ 'ਚ ਬੜੀ ਮਜ਼ਬੂਤ ਰਹੀ, ਉਹਦੇ ਵੇਲੇ ਵੀ ਅਕਾਲੀ ਦਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੜਾਈ ਲੜਦਾ ਰਿਹਾ। ਤੇ ਅੱਜ ਦੇ ਸਮੇਂ 'ਚ ਅਕਾਲੀ ਦਲ ਕੇਂਦਰ ਨਾਲ ਲੜਾਈ ਤਦ ਹੀ ਲੜ ਸਕਦਾ ਜੇ ਉਹਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਤੋਂ ਰਹਿਤ ਲੋਕ ਹੋਣ, ਜਿਨ੍ਹਾਂ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਜਿਨ੍ਹਾਂ ਦੀ ਕੋਈ ਜਿਹੜੀ ਪ੍ਰਤੀਬੱਧਤਾ ਹੋਵੇ ਸਿੱਖ ਸਿਧਾਂਤਾਂ ਨਾਲ। ਤੇ ਇਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਅਕਾਲੀ ਦਲ 'ਚ ਘੱਟ ਨਜ਼ਰ ਆਉਂਦੀ ਹੈ। ਅੱਜ ਅਕਾਲੀ ਦਲ ਦੇ ਵਿੱਚ ਕਾਰੋਬਾਰੀ ਲੋਕ ਹੈਗੇ ਆ, ਤੇ ਕਾਰੋਬਾਰ ਕਰਦੇ ਆ ਉਹ ਬਹੁਤ ਸਾਰੇ ਅਜਿਹੇ ਕੰਮ ਧੰਦੇ ਕਰਦੇ ਆ ਜਾਂ ਅਜਿਹੇ ਢੰਗ ਤਰੀਕੇ ਵਰਤਦੇ ਆ ਕਾਰੋਬਾਰ ਚਲਾਉਣ ਲਈ, ਜਿਹੜੇ ਕੇਂਦਰੀ ਏਜੰਸੀਆਂ ਇਨਕਮ ਟੈਕਸ ਈਡੀ ਦੀ ਜਿਹੜੀ ਛਾਪਿਆਂ ਦੀ ਜਿਹੜੀ ਉਹਨਾਂ ਦੇ ਛਾਪਿਆਂ ਦੇ ਘੇਰੇ 'ਚ ਆ ਸਕਦੇ ਆ। ਇਸ ਕਰਕੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੀ ਲੀਡਰਸ਼ਿਪ ਤੇ ਹੋਰ ਦਬਾਅ ਪਊਗਾ, ਤੇ ਜੇ ਅਕਾਲੀ ਦਲ ਭਾਜਪਾ ਤੋਂ ਦੂਰੀ ਬਣਾ ਕੇ ਰੱਖਦਾ, ਆਪਣੇ ਸਿਧਾਂਤਾਂ ਤੇ ਖੜਾ ਰਹਿੰਦਾ ਹੈ, ਭਾਜਪਾ ਦੇ ਥੱਲੇ ਨਹੀਂ ਲੱਗਦਾ, ਤੇ ਉਹਨਾਂ ਤੇ ਹੋਰ ਦਬਾਅ ਪੈ ਸਕਦਾ।
ਤੇ ਪਰਮਜੀਤ ਜੀ ਇਸ ਤਰ੍ਹਾਂ ਦੇ ਜਿਹੜੇ ਕਮਜ਼ੋਰ ਲੀਡਰ ਹੈ, ਜਿਨ੍ਹਾਂ ਨੂੰ ਜੇਲ੍ਹ ਜਾਣ ਦਾ ਡਰ ਹੋਵੇ ਜਾਂ ਜਿਨ੍ਹਾਂ ਨੇ ਕੁਝ ਗਲਤ ਕੀਤਾ ਹੋਵੇ, ਉਹ ਭਾਜਪਾ ਵਾਲੇ ਪਾਸੇ ਜਾ ਸਕਦੇ ਆ। ਇਸ ਕਰਕੇ ਅਕਾਲੀ ਦਲ ਨੂੰ ਹੋਰ ਝਟਕੇ ਸਹਿਣ ਲਈ ਤਿਆਰ ਰਹਿਣਾ ਚਾਹੀਦਾ। ਬਿਲਕੁਲ। ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਕਿੰਨੀਆਂ ਕੁ ਚੁਣੌਤੀਆਂ ਹੋਰ ਵਧਦੀਆਂ ਨੇ। ਮਾਨਕ ਸਾਹਿਬ, ਤੀਜੇ ਨੰਬਰ ਤੇ ਆ ਗਿਆ ਅਕਾਲੀ ਦਲ। ਇਸ ਨਾਲ ਜੁੜਿਆ ਹੁਣ ਇੱਕ ਆਖਰੀ ਸਵਾਲ ਕਿ ਜਿਵੇਂ ਅੱਜ ਕੱਲ ਦੇਖਿਆ ਜਾ ਰਿਹਾ ਕਿ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਕੋਸ਼ਿਸ਼ ਹੈ ਕਿ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜਾਂ ਭਾਜਪਾ ਦੇ ਵੱਡੇ ਚਿਹਰੇ ਪੱਟ ਕੇ ਆਪਣੀ ਪਾਰਟੀ ਚ ਲਿਆਂਦੇ ਜਾਣ। ਅਜਿਹਾ ਕੁਝ ਸਾਰੇ ਰਾਜਾਂ ਚ ਇਦਾਂ ਹੀ ਕੀਤਾ ਇਹਨਾਂ ਨੇ। ਬਿਲਕੁਲ। ਜਿਹੜੀ ਕਾਂਗਰਸ ਦੇ ਲੀਡਰ ਵੱਡੀ ਪੱਧਰ ਤੇ ਸ਼ਾਮਲ ਕੀਤੇ ਆ, ਹੋਰ ਖੇਤਰੀ ਪਾਰਟੀਆਂ ਦੇ ਲੀਡਰ ਵੱਡੀ ਪੱਧਰ ਤੇ ਸ਼ਾਮਲ ਕੀਤੇ ਆ, ਕਿਉਂਕਿ ਭਾਜਪਾ ਬੜੀ ਤੇਜ਼ੀ ਨਾਲ ਅੱਗੇ ਵਧਦੀ। ਜਦੋਂ ਤੋਂ 2014 ਤੋਂ ਬਾਅਦ ਕੇਂਦਰ 'ਚ ਸੱਤਾ 'ਚ ਆਈ ਹੈ, ਉਹ ਤੋਂ ਬਾਅਦ ਵੱਡੀ ਪੱਧਰ ਤੇ ਕੇਂਦਰੀ ਸੱਤਾ ਦੀ ਵਰਤੋਂ ਕਰਦਿਆਂ ਭਾਜਪਾ ਨੇ ਵੱਖ-ਵੱਖ ਰਾਜਾਂ 'ਚ ਆਪਣਾ ਆਧਾਰ ਮਜ਼ਬੂਤ ਕਰਨ ਦਾ ਯਤਨ ਕੀਤਾ। ਤੇ ਆਧਾਰ ਮਜ਼ਬੂਤ ਕਰਨ ਲਈ ਤਿੰਨ ਉਹਨਾਂ ਨੇ ਤਰੀਕੇ ਸਮਝੋ ਵਰਤੇ ਆ। ਕਾਰਪੋਰੇਟਰਾਂ ਤੋਂ ਪੈਸਾ ਲਿਆ, ਤੇ ਜਿਹੜੇ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਹੈ, ਤੇ ਦੂਜੀਆਂ ਪਾਰਟੀਆਂ ਤੋਂ ਵੱਡੀ ਪੱਧਰ ਤੇ ਥੋਕ 'ਚ ਲੀਡਰ ਆਪਣੀਆਂ ਪਾਰਟੀਆਂ 'ਚ ਲਿਆਂਦੇ ਆ। ਤੇ ਇਹੀ ਰਣਨੀਤੀ ਉਹ ਹਰ ਰਾਜ 'ਚ ਜਿੱਥੇ ਚੋਣਾਂ ਨਹੀਂ ਲੜਨੀਆਂ ਹੁੰਦੀਆਂ ਉਹ ਵਰਤਦੇ ਆ। ਤੇ ਪੰਜਾਬ 'ਚ ਵੀ ਇਹ ਰਣਨੀਤੀ ਵਰਤੂਗੀ। ਕੇਂਦਰੀ ਏਜੰਸੀਆਂ ਦੀ ਵੀ ਵਰਤੋਂ ਕੀਤੀ ਜਾਏਗੀ, ਪੈਸੇ ਦਾ ਵੀ ਲੋਭ ਦਿੱਤਾ ਜਾਏਗਾ, ਤੇ ਜਿਹੜਾ ਦਬਾਅ ਪਾ ਕੇ ਦੂਜੀਆਂ ਪਾਰਟੀਆਂ ਦੇ ਲੀਡਰ ਦਬਾਅ ਤੇ ਲਾਲਚ ਦੋਨਾਂ ਢੰਗਾਂ ਨਾਲ ਦੂਜੀਆਂ ਪਾਰਟੀਆਂ ਦੇ ਲੀਡਰ ਵੀ ਭਾਜਪਾ 'ਚ ਸ਼ਾਮਲ ਕੀਤੇ ਜਾਣਗੇ। ਉਹ ਵੱਖਰੀ ਗੱਲ ਹੈ ਕਿ ਉਹ ਦੇਖਣਾ ਪਏਗਾ ਕਿ ਚੋਣਾਂ 'ਚ ਜਿਹੜੇ ਪੰਜਾਬ ਦੇ ਲੋਕ ਰਾਜਨੀਤਿਕ ਤੌਰ ਤੇ ਜਿਹੜੇ ਆ ਉੱਤਰੀ ਭਾਰਤ ਦੇ ਬਾਕੀ ਰਾਜ ਆ ਉਹਨਾਂ ਨਾਲੋਂ ਜ਼ਿਆਦਾ ਸੁਚੇਤ ਹੈ। ਤੇ ਥੋੜੇ ਜਿਹੇ ਲੋਕ ਜਿਹੜੀਆਂ ਇਦਾਂ ਦਲ ਬਦਲੂਆਂ ਨੂੰ ਬਹੁਤਾ ਪਸੰਦ ਵੀ ਨਹੀਂ ਕਰਦੇ। ਤੇ ਉਹਦੇ 'ਚ ਲੋਕ ਇਹ ਵੀ ਦੇਖਦੇ ਆ ਕਿ ਇਹਨਾਂ ਦੀ ਕੋਈ ਵੀ ਪਾਰਟੀ ਹੈ ਜਾਂ ਉਹਦੀ ਲੀਡਰ ਹੈ ਪੰਜਾਬ ਦੇ ਇਤਿਹਾਸ ਵਿਰਸੇ ਨਾਲ ਪ੍ਰਤੀਬੱਧਤਾ ਕਿਸ ਤਰ੍ਹਾਂ ਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਭਾਜਪਾ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ। ਪਰ ਭਾਜਪਾ ਹਰ ਦਾ ਵਰਤੇਗੀ ਪੰਜਾਬ 'ਚ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਾਮਲ ਕਰਨ ਲਈ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਉੱਪਰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਾਉਣ ਧਮਕਾਉਣ ਲਈ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਰਾਜਨੀਤੀ 'ਚ ਬਹੁਤ ਕੁਝ ਹੁੰਦਾ ਤੁਸੀਂ ਦੇਖੋਗੇ। ਬਿਲਕੁਲ। ਮਾਨਕ ਸਾਹਿਬ, ਇਨੀ ਦਿਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ ਇਹ ਚੀਜ਼ ਦਾ ਇੱਕ ਪੈਦਾ ਕਰਨ ਦੀ ਕਿ ਜਿਨ੍ਹਾਂ ਦੀ ਹਾਈ ਕਮਾਂਡ ਦਿੱਲੀ ਹੁੰਦੀ ਹੈ ਉਹ ਪੰਜਾਬ ਦੇ ਨਾਲ ਨਿਆਂ ਨਹੀਂ ਕਰਦੇ। ਸੋ ਉਹਨਾਂ ਦੀ ਇੱਕ ਲਗਾਤਾਰ ਕੋਸ਼ਿਸ਼ ਹੈ ਕਿ ਖੇਤਰੀ ਪਾਰਟੀ ਨੂੰ ਹੁੰਗਾਰਾ ਦਿਓ। ਪੰਜਾਬੀਆਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ। ਇਸੇ ਦੇ ਵਿੱਚ ਮਮਤਾ ਬੈਨਰਜੀ ਜੋ ਬੀਤੇ ਦਿਨੀ ਐਨਸੀਪੀ ਲੀਡਰ ਸ਼ਰਦ ਪਵਾਰ ਨੂੰ ਮਿਲੀ ਹੈ, ਉਸਨੇ ਵੀ ਜੋ ਰਣਨੀਤੀ ਦੇ ਤਹਿਤ ਇੱਕ ਗੱਲ ਕਹੀ ਹੈ ਕਿ ਜੇਕਰ ਭਾਜਪਾ ਨੂੰ ਹਰਾਉਣਾ ਹੈ ਤਾਂ ਖੇਤਰੀ ਪਾਰਟੀਆਂ ਨੂੰ ਇਕਜੁੱਟ ਹੋਣਾ ਪਏਗਾ, ਕਿਉਂਕਿ ਭਾਜਪਾ ਦੇ ਫਿਰਕੂ ਦੇ ਆਧਾਰ ਤੇ ਜੋ ਧਰੂਵੀਕਰਨ ਕਰਨ ਦੇ ਏਜੰਡੇ ਤੋਂ ਸਾਰੇ ਹੀ ਔਖੇ ਨੇ। ਭਾਜਪਾ ਦੀਆਂ ਕਈ ਨੀਤੀਆਂ ਅਜਿਹੀਆਂ ਨੇ ਜੋ ਲੋਕਤੰਤਰ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ। ਸੋ ਮਮਤਾ ਬੈਨਰਜੀ ਦਾ ਇਹ ਕਹਿਣਾ ਕਿ ਖੇਤਰੀ ਪਾਰਟੀਆਂ ਇਕੱਠੀਆਂ ਹੋਣ ਕਿੱਥੇ ਤੱਕ ਸਹੀ ਹੈ? ਦੇਖੋ ਪਰਮਜੀਤ ਜੀ, ਗੱਲ ਇਹ ਹੈ ਕਿ 2014 'ਚ ਕੇਂਦਰ 'ਚ ਭਾਜਪਾ ਸੱਤਾ 'ਚ ਆਈ ਹੈ ਜੀ। ਉਹ ਤੋਂ ਬਾਅਦ 2019 'ਚ ਚੋਣਾਂ ਹੋਈਆਂ। 5 ਸਾਲਾਂ 'ਚ ਜਿਹੜੀ ਕਾਂਗਰਸ ਪਾਰਟੀ ਆ ਉਹਨੇ ਆਪਣੇ ਆਪ ਨੂੰ ਮਜ਼ਬੂਤ ਨਹੀਂ ਕੀਤਾ। ਇੱਥੋਂ ਤੱਕ ਕਿ ਵੱਖ-ਵੱਖ ਰਾਜਾਂ 'ਚ ਆਪਣੇ ਜਿਹੜੇ ਪਾਰਟੀ ਦੇ ਅਹੁਦੇਦਾਰ ਆ ਉਹ ਵੀ ਐਲਾਨੇ ਨਹੀਂ। ਜਿਹੜੇ ਜ਼ਿਲ੍ਹਾ ਪੱਧਰ ਤੇ ਜਾਂ ਸਟੇਟ ਪੱਧਰ ਤੇ ਵੱਖ-ਵੱਖ ਰਾਜਾਂ 'ਚ ਉਹਨਾਂ ਨੇ ਆਪਣੇ ਅਹੁਦੇਦਾਰ ਵੀ ਨਹੀਂ ਐਲਾਨੇ। ਇੱਥੇ ਸਾਡਾ ਗੁਆਂਢੀ ਰਾਜ ਹਰਿਆਣਾ ਆ, ਪਿਛਲੇ 7 ਸਾਲਾਂ ਤੋਂ ਉੱਥੇ ਪਾਰਟੀ ਦਾ ਕੋਈ ਢਾਂਚਾ ਹੈ ਨਹੀਂਗਾ। ਪ੍ਰਧਾਨ ਨਿਯੁਕਤ ਕਰ ਦਿੰਦੇ ਆ, ਥੱਲੇ ਕੋਈ ਢਾਂਚਾ ਬਣਾਉਣ ਦੀ ਪਾਰਟੀ ਨੂੰ ਜਿਹੜਾ ਨਵਾਂ ਪ੍ਰਧਾਨ ਬਣਾਇਆ ਜਾਂਦਾ ਉਹਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਤੇ ਇਸ ਕਰਕੇ ਦੇਸ਼ ਦੇ ਅੰਦਰ ਇੱਕ ਤੋਂ ਇੱਕ ਰਾਜ ਤੋਂ ਦੇ ਵਿੱਚ ਕਾਂਗਰਸ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੇ ਕਾਂਗਰਸ ਦੀ ਲੀਡਰਸ਼ਿਪ ਹੈ ਜਿਹੜੀ ਉਹ ਪਰਿਵਾਰਵਾਦੀ ਆ। ਉਹਦੇ 'ਚ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ, ਇਹ ਤਿੰਨੇ ਹੀ ਪਾਰਟੀ ਚਲਾਈ ਜਾਂਦੇ ਆ। ਤੇ ਬਾਕੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਨੂੰ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਜਾਂਦੀਆਂ, ਉਹ ਵਿਹਲੇ ਬੈਠੇ ਆ। ਤੇ ਇਸ ਤਰ੍ਹਾਂ ਵਿਹਲੇ ਬੈਠੇ ਕਈ ਲੀਡਰ ਤਾਂ ਕੋਈ ਭਾਜਪਾ 'ਚ ਚਲ ਗਏ, ਕੋਈ ਦੂਜੀਆਂ ਪਾਰਟੀਆਂ ਚਲੇ ਗਏ। ਹੁਣ ਪਹਿਲਾਂ ਭਾਜਪਾ 'ਚ ਲੀਡਰ ਵੱਡੀ ਪੱਧਰ ਤੇ ਗਏ ਵੱਖ-ਵੱਖ ਰਾਜਾਂ 'ਚ, ਤੇ ਹੁਣ ਜਿਹੜੇ ਆ ਉਹ ਤ੍ਰਿਣਮੂਲ ਕਾਂਗਰਸ 'ਚ ਜਾ ਰਹੇ ਆ। ਤ੍ਰਿਣਮੂਲ ਕਾਂਗਰਸ 'ਚ ਜਿਹੜੇ ਲੀਡਰ ਗਏ ਆ ਉਹਨਾਂ ਨੇ ਕਈਆਂ ਨੇ ਕਿਹਾ ਵੀ ਸਾਡੇ ਕੋਲ ਤਾਂ ਪਾਰਟੀ 'ਚ ਕਾਂਗਰਸ ਦੇ ਵਿੱਚ ਸਾਡੇ ਕੋਲ ਕੰਮ ਹੀ ਨਹੀਂ ਹੈਗਾ, ਤੇ ਸਾਡੀ ਜਿਹੜੀ ਕਾਂਗਰਸੀ ਲੀਡਰਸ਼ਿਪ ਆ ਉਹ ਮੈਦਾਨ 'ਚ ਉਤਰ ਕੇ ਲੋਕਾਂ ਦੇ ਮੁੱਦੇ ਨਹੀਂ ਉਠਾਉਂਦੀ। ਜਿਹੜੀ ਆ ਭਾਜਪਾ ਦੇ ਖਿਲਾਫ ਜਿਹੜੀਆਂ ਭਾਜਪਾ ਦੀਆਂ ਦਮਨਕਾਰੀ ਨੀਤੀਆਂ ਆ ਉਹਨਾਂ ਦੇ ਖਿਲਾਫ ਆਵਾਜ਼ ਨਹੀਂ ਉਠਾਉਂਦੀ ਸਾਡੀ ਲੀਡਰਸ਼ਿਪ। ਤੇ ਇਸ ਕਰਕੇ ਉਹ ਕਹਿੰਦੇ ਸਾਡੇ ਕੋਲ ਕਰਨ ਲਈ ਕੰਮ ਨਹੀਂ ਹੈਗਾ, ਇਸ ਕਰਕੇ ਤ੍ਰਿਣਮੂਲ ਕਾਂਗਰਸ 'ਚ ਜਾ ਰਹੇ ਆ। ਸੋ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਲੀਡਰ ਹੈ ਮਮਤਾ ਬੈਨਰਜੀ ਆ, ਬੰਗਾਲ ਦੀਆਂ ਚੋਣਾਂ ਜਿੱਦਾਂ ਉਹਨੇ ਜਿੱਤੀਆਂ, ਜਿੰਨੀ ਦ੍ਰਿੜਤਾ ਨਾਲ ਉਹ ਭਾਜਪਾ ਦੇ ਖਿਲਾਫ ਲੜੀ, ਤੇ ਭਾਜਪਾ ਦੀ ਕੇਂਦਰੀ ਸੱਤਾ, ਕੇਂਦਰ ਦੇ ਮੰਤਰੀ ਤੇ ਹੋਰ RSS ਦੇ ਸਾਰੇ ਜਿਹੜੇ ਲੱਖਾਂ ਦਾ ਜਿਹੜਾ ਕਾਡਰ ਹੈ ਉਹਦੇ ਬਾਵਜੂਦ ਉਹ ਬੰਗਾਲ 'ਚ ਉਹਨੇ ਆਪਣਾ ਕਿਲਾ ਜਿਹੜਾ ਬਣਾ ਕੇ ਰੱਖਿਆ, ਮਜ਼ਬੂਤ ਕੀਤਾ। ਤੇ ਹੁਣ ਉਹ ਚਾਹੁੰਦੀ ਆ ਕਿ ਕੌਮੀ ਪੱਧਰ ਤੇ
ਜਿਹੜੀਆਂ ਇੱਕ ਮਜ਼ਬੂਤ ਵਿਰੋਧੀ ਧਿਰ ਹੋਵੇ। ਤੇ ਇੱਕ ਮਜ਼ਬੂਤ ਵਿਰੋਧੀ ਧਿਰ ਬਣਾਉਣ ਲਈ ਪਹਿਲਾਂ ਤਾਂ ਉਹਨੇ ਟੇਕ ਰੱਖੀ ਕਿ ਕਾਂਗਰਸ ਜਿਹੜੀ ਆ ਅਗਵਾਈ ਕਰੇ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ, ਜਿਹੜਾ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਸਿਰਜਣਾ ਕਰੇ ਕਾਂਗਰਸ। ਪਰ ਕਾਂਗਰਸ ਕਿਉਂਕਿ ਕੁਝ ਕਰਦੀ ਇਦਾਂ ਦਾ ਨਜ਼ਰ ਹੀ ਨਹੀਂ ਆਉਂਦੀ, ਇਸ ਕਰਕੇ ਹੁਣ ਜਿਹੜੀ ਮਮਤਾ ਬੈਨਰਜੀ ਨੇ ਖੁਦ ਇਹ ਕੰਮ ਜ਼ਿੰਮੇਵਾਰੀ ਸੰਭਾਲ ਲਈ ਹੈ। ਤਾਂ ਉਹਨਾਂ ਨੇ ਕਿਹਾ ਕਿ ਵੱਖ-ਵੱਖ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਜਿਹੜੀ ਆ ਰਚਨਾ ਕੀਤੀ ਜਾਏਗੀ। ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਮਮਤਾ ਬੈਨਰਜੀ ਦੀਆਂ ਬੰਗਾਲ ਦੀਆਂ ਚੋਣਾਂ 'ਚ ਜਿਹਨਾਂ ਅਹਿਮ ਰੋਲ ਅਦਾ ਕੀਤਾ ਸੀਗਾ, ਉਹਨਾਂ ਨੇ ਵੀ ਯਤਨ ਕੀਤਾ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਣ ਜਾਂ ਕਾਂਗਰਸ ਉਹਨਾਂ ਦੀਆਂ ਸੇਵਾਵਾਂ ਲਵੇ ਤੇ ਕਾਂਗਰਸ ਨੂੰ ਦੇਸ਼ ਪੱਧਰ ਤੇ ਇੱਕ ਮਜ਼ਬੂਤ ਪਾਰਟੀ ਬਣਾਉਣ 'ਚ ਆਪਣਾ ਰੋਲ ਅਦਾ ਕਰਨ। ਪਰ ਕਾਂਗਰਸ ਨੇ ਉਹਨਾਂ ਨੂੰ ਨਾ ਤਾਂ ਪਾਰਟੀ ਸ਼ਾਮਲ ਕੀਤਾ ਤੇ ਨਾ ਹੀ ਉਹਨਾਂ ਦੀਆਂ ਕੋਈ ਸੇਵਾਵਾਂ ਲਈਆਂ। ਉਹ ਵੀ ਚਾਹੁੰਦੇ ਆ ਦੇਸ਼ ਦੇ ਅੰਦਰ ਇੱਕ ਮਜ਼ਬੂਤ ਵਿਰੋਧੀ ਧਿਰ ਹੋਵੇ ਜਿਹੜੀ, ਤੇ ਇਸ ਕਰਕੇ ਹੁਣ ਉਹ ਮਮਤਾ ਬੈਨਰਜੀ ਨਾਲ ਜੁੜ ਗਏ ਆ। ਤੇ ਕਿਉਂਕਿ ਕਾਂਗਰਸ ਨਾ ਤਾਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਨਾ ਤਾਂ ਕਾਂਗਰਸ ਦੀ ਅਗਵਾਈ ਠੀਕ ਤਰ੍ਹਾਂ ਕਰ ਰਹੀ ਹੈ ਤੇ ਨਾ ਹੀ ਦੂਜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਨਾਲ ਲੈ ਕੇ ਕੋਈ ਸਾਂਝਾ ਫਰੰਟ ਬਣਾਉਣ ਵਾਲੇ ਪਾਸੇ ਕੋਈ ਠੋਸ ਕਦਮ ਚੁੱਕ ਰਹੀ ਹੈ। ਤੇ ਇਸ ਕਰਕੇ ਹੁਣ ਮਮਤਾ ਬੈਨਰਜੀ ਨੇ ਤੇ ਪਿੱਛੇ ਤੋਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਫੈਸਲਾ ਕਰ ਲਿਆ, ਲੱਗਦਾ ਆ ਕਿ ਵੱਖ-ਵੱਖ ਰਾਜਾਂ ਦੀਆਂ ਖੇਤਰੀ ਪਾਰਟੀਆਂ ਨੂੰ ਇਕੱਠੀਆਂ ਕਰਕੇ ਭਾਜਪਾ ਦੇ ਖਿਲਾਫ ਇੱਕ ਮਜ਼ਬੂਤ ਜਿਹੜਾ ਫਰੰਟ ਖੜਾ ਕੀਤਾ ਜਾਏਗਾ। ਉਹਦੇ 'ਚ ਫਿਰ ਕਾਂਗਰਸ ਕੀ ਕਰਦੀ ਹੈ ਕੀ ਨਹੀਂ ਕਰਦੀ ਜਾਂ ਕਾਂਗਰਸ ਕੀ ਰੋਲ ਅਦਾ ਕਰੇਗੀ, ਇਹ ਚੀਜ਼ਾਂ ਬਾਅਦ 'ਚ ਦੇਖੀਆਂ ਜਾਣਗੀਆਂ। ਬਿਲਕੁਲ, ਪ੍ਰਸ਼ਾਂਤ ਕਿਸ਼ੋਰ ਹੋਰਾਂ ਤੇ ਇਸ ਸੰਦਰਭ 'ਚ ਹੀ ਉਹਨਾਂ ਨੇ ਐਨਸੀਪੀ ਦੇ ਸੀਨੀਅਰ ਲੀਡਰ ਸ਼ਰਦ ਪਵਾਰ ਨਾਲ ਜਿਹੜੀ ਆ ਮੁੰਬਈ 'ਚ ਮੁਲਾਕਾਤ ਕੀਤੀ। ਬਿਲਕੁਲ ਮਾਨਕ ਸਾਹਿਬ, ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਦੀ ਲੀਡਰਸ਼ਿਪ ਜੋ ਹਾਈ ਕਮਾਂਡ ਹੈ ਉਹ ਕਿਸੇ ਵਹਿਮ ਦੇ ਵਿੱਚ ਲੱਗ ਰਹੀ ਹੈ, ਕਿਉਂਕਿ ਲਗਾਤਾਰ ਜਿਸ ਤਰ੍ਹਾਂ ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਹੈ, ਕਿਉਂਕਿ ਲੋਕਤੰਤਰਿਕ ਦੇਸ਼ ਦੇ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਪਿਛਲੇ ਦਿਨ ਹੀ ਕਿਹਾ ਵੀ ਸੀਗਾ ਕਿ ਰਾਹੁਲ ਗਾਂਧੀ ਨੂੰ ਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਕਿਸੇ ਗਲਤਫਹਿਮੀ 'ਚ ਨਹੀਂ ਰਹਿਣਾ ਚਾਹੀਦਾ। ਕਿ ਉਹਨਾਂ ਨੇ ਕਿਹਾ ਵੀ ਜਿਹੜੀ ਬੀਜੇਪੀ ਜਿੰਨੀ ਮਜ਼ਬੂਤ ਹੋ ਕੇ ਉੱਭਰ ਆਈ ਆ, ਉਹ ਦੇਸ਼ ਦੀ ਰਾਜਨੀਤੀ ਦੇ ਸੈਂਟਰ ਵਿੱਚ ਰਹੇਗੀ, ਕੇਂਦਰ 'ਚ ਰਹੇਗੀ। ਤੇ ਇਸ ਕਰਕੇ ਜੇ ਉਹਦਾ ਮੁਕਾਬਲਾ ਕਰਨਾ ਤੇ ਬਹੁਤ ਵੱਡੀ ਤਿਆਰੀ ਦੀ ਲੋੜ ਹੈ, ਕਾਂਗਰਸ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਤੇ ਦੂਜੀਆਂ ਪਾਰਟੀਆਂ ਨੂੰ ਨਾਲ ਲੈਣ ਦੀ ਲੋੜ ਹੈ। ਪਰ ਉਹ ਕਾਂਗਰਸ ਦੀ ਲੀਡਰਸ਼ਿਪ ਆਪਣੀ ਦੁਨੀਆ 'ਚ ਹੀ ਵਿਚਰ ਰਹੀ ਹੈ ਤੇ ਉਹ ਸਮਝਦੇ ਆ ਲੋਕ ਅੱਕ ਕੇ ਥੱਕ ਕੇ ਉਹਨਾਂ ਨੂੰ ਵੋਟਾਂ ਪਾ ਦੇਣਗੇ ਤੇ ਉਹ ਸੱਤਾ 'ਚ ਆ ਜਾਣਗੇ। ਉਹ ਭਾਜਪਾ ਦੇ ਸਿਧਾਂਤਾਂ ਦੇ ਖਿਲਾਫ ਇੱਕ ਲੰਮੀ ਲੜਾਈ ਲੜਨ ਲਈ ਉਹ ਜਿਹੜੇ ਉਹ ਮੈਦਾਨ 'ਚ ਉਤਰਦੇ ਨਹੀਂ, ਇੱਕ ਕੋਈ ਮਜ਼ਬੂਤ ਦ੍ਰਿੜਤਾ ਦਾ ਉਹ ਪ੍ਰਗਟਾਵਾ ਹੀ ਨਹੀਂ ਕਰਦੇ। ਬਿਲਕੁਲ ਮਾਨਕ ਸਾਹਿਬ, ਇਹੀ ਵਜ੍ਹਾ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਦੇ ਵਿੱਚ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਬੈਠੀ ਹੋਣ ਤੋਂ ਬਾਅਦ ਜਦੋਂ ਵਾਕਆਊਟ ਕਰ ਜਾਂਦੀ ਹੈ ਮੁੱਦੇ ਤੇ ਬਹਿਸ ਕਰਨ ਦੀ ਬਜਾਏ, ਇਹੀ ਵਜ੍ਹਾ ਕਿ ਅੱਜ ਹੁਣ 1 ਬਾਏ 1 ਉਹ ਸਟੇਟ ਆਊਟ ਹੁੰਦੀ ਜਾ ਰਹੀ ਹੈ। ਸੋ ਇਸ ਵਿੱਚ ਮਿਸ਼ਨ ਪੰਜਾਬ ਦੇ ਤਹਿਤ ਬੀਤੇ ਦਿਨ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਮਿਲੇ ਨੇ। ਇਸ ਦੌਰਾਨ ਚੰਨੀ ਹੋਰਾਂ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ, ਸਿੱਧੂ ਹੋਰਾਂ ਨੇ ਜਥੇਬੰਦਕ ਢਾਂਚੇ ਦੇ ਉੱਪਰ ਗੱਲਬਾਤ ਕੀਤੀ ਤੇ ਰਾਹੁਲ ਗਾਂਧੀ ਸੁਨੀਲ ਜਾਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆਏ। ਕਿੰਜ ਵੇਖਦੇ ਹੋ? ਪਰਮਜੀਤ ਜੀ, ਗੱਲ ਇਹ ਆ ਕਿ ਆਪਾਂ ਸਾਰੇ ਦੇਖਦੇ ਹਾਂ ਕਿ ਪਿਛਲੇ ਕਿੰਨੇ ਹੀ ਮਹੀਨਿਆਂ ਤੋਂ ਕਾਂਗਰਸ ਦੇ ਵਿੱਚ ਬੜੀ ਉਥਲ-ਪੁਥਲ ਹੁੰਦੀ ਰਹੀ ਹੈ। ਪਹਿਲਾਂ ਕਾਂਗਰਸ ਪ੍ਰਧਾਨ ਬਦਲਿਆ, ਫਿਰ ਜਿਹੜਾ ਮੁੱਖ ਮੰਤਰੀ ਨੂੰ ਬਦਲਿਆ ਤੇ ਉਹ ਤੋਂ ਬਾਅਦ ਫਿਰ ਵੀ ਇਹਨਾਂ ਦਾ ਜਿਹੜਾ ਕਲੇਸ਼ ਹੈ, ਪੰਜਾਬ ਕਾਂਗਰਸ ਦਾ ਅੰਦਰਲਾ ਕਲੇਸ਼, ਉਹ ਮੁੱਕਣ 'ਚ ਨਹੀਂ ਆ ਰਿਹਾ। ਤੇ ਜਿਹੜਾ ਨਵਜੋਤ ਸਿੰਘ ਸਿੱਧੂ ਹੈਗੇ ਤਾਂ ਕਾਂਗਰਸ ਦੇ ਪ੍ਰਧਾਨ ਆ, ਪਰ ਆਪਣੇ ਹੀ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੀਆਂ ਨੀਤੀਆਂ ਦੇ ਖਿਲਾਫ ਬਿਆਨ ਉਹ ਇਦਾਂ ਦਿੰਦੇ ਆ ਜਿੱਦਾਂ ਉਹ ਜਿਹੜੀ ਸਰਕਾਰ ਵਿਰੋਧੀ ਧਿਰ ਦੀ ਹੋਵੇ ਤੇ ਉਹ ਜਿਹੜੀ ਉਹਨਾਂ ਦੀ ਪਾਰਟੀ ਦੀ ਸਰਕਾਰ ਨਾ ਹੋਵੇ। ਜਿਹੜੇ ਮੁੱਦੇ, ਜਿਹੜੇ ਮਸਲੇ ਉਹ ਜਿਹੜੇ ਮੁੱਖ ਮੰਤਰੀ ਨਾਲ ਬੈਠ ਕੇ ਉਠਾ ਸਕਦੇ ਆ, ਉਹਨਾਂ ਨਾਲ ਗੱਲ ਕਰਕੇ ਉਠਾ ਸਕਦੇ ਆ, ਉਹ ਵੀ ਉਹ ਮੀਡੀਆ ਰਾਹੀਂ ਜਿਹੜੀ ਉਠਾਉਂਦੇ ਆ। ਇਹਦੇ ਨਾਲ ਜਿਹੜਾ ਹਰ ਰੋਜ਼ ਜਿਹੜਾ ਮੁੱਖ ਮੰਤਰੀ ਲਈ ਤੇ ਕਾਂਗਰਸ ਪਾਰਟੀ ਲਈ ਜਿਹੜੀਆਂ ਨਵੀਆਂ ਸਮੱਸਿਆਵਾਂ ਪੈਦਾ ਹੋਣੀਆਂ ਤੇ ਹਾਈ ਕਮਾਂਡ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੀ ਹੈ। ਇਸੇ ਕਰਕੇ ਜਿਹੜਾ ਹੁਣ ਚੋਣਾਂ ਜਦੋਂ ਕਿ ਨੇੜੇ ਆਉਂਦੀਆਂ ਜਾ ਰਹੀਆਂ ਤੇ ਉਹਦੇ 'ਚ ਰਾਹੁਲ ਗਾਂਧੀ ਨੇ ਇਹਨਾਂ ਨੂੰ ਬੁਲਾਇਆ, ਮੁੱਖ ਮੰਤਰੀ ਨੂੰ ਬੁਲਾਇਆ, ਕਾਂਗਰਸ ਪ੍ਰਧਾਨ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਤੇ ਪਹਿਲੇ ਪ੍ਰਧਾਨ ਜਿਹੜੇ ਸੀਗੇ ਬਲਰਾਮ ਜਾਖੜ, ਉਹ ਵੀ ਕਿਉਂਕਿ ਸਮੇਂ-ਸਮੇਂ ਆਪਣੀ ਨਾਰਾਜ਼ਗੀ ਹੁਣ ਜਨਤਕ ਤੌਰ ਤੇ ਉਹਨਾਂ ਪ੍ਰਗਟ ਕਰਨੀ ਸ਼ੁਰੂ ਕਰਤੀ ਹੈ ਟਵੀਟ ਕਰਕੇ, ਤੇ ਉਹਨਾਂ ਨੂੰ ਵੀ ਬੁਲਾਇਆ। ਤੇ ਯਤਨ ਇਹ ਆ ਵੀ ਕਾਂਗਰਸ ਪਾਰਟੀ ਤੇ ਕਾਂਗਰਸ ਦੀ ਜਿਹੜੀ ਰਾਜ ਸਰਕਾਰ ਆ ਉਹਦੇ ਦਰਮਿਆਨ ਬਿਹਤਰ ਤਾਲਮੇਲ ਪੈਦਾ ਹੋ ਸਕੇ
ਤੇ ਪਹਿਲਾਂ ਜਿਹੜੇ ਸੁਨੀਲ ਜਾਖੜ ਦੀ ਨਾਰਾਜ਼ਗੀ ਜਿਹੜੀ ਆ ਦੂਰ ਕੀਤੀ ਜਾ ਸਕੇ, ਤਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਪਾਰਟੀ ਆ ਉਹ ਚੋਣਾਂ ਲੜਨ ਲਈ ਇਕਮੁੱਠ ਹੋ ਕੇ ਤਿਆਰੀ ਕਰ ਸਕੇ। ਬਿਲਕੁਲ ਮਾਨਕ ਸਾਹਿਬ, ਵਿਰੋਧੀਆਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਮ ਐਲਾਨਜੀਤ ਸਿੰਘ ਚੰਨੀ ਰੱਖਿਆ ਹੋਇਆ ਹੈ, ਖਾਸ ਕਰ ਆਮ ਆਦਮੀ ਪਾਰਟੀ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਕੈਪਟਨ ਨੂੰ ਵਿਲਨ ਬਣਾ ਕੇ ਸਾਈਡ ਕੀਤਾ ਗਿਆ। ਇਸ ਦੇ ਨਾਲ ਤੁਸੀਂ ਆਪਣਾ ਦਾਮਨ ਸਾਫ਼ ਨਹੀਂ ਕਰ ਸਕਦੇ, 4.5 ਸਾਲ ਦਾ ਜਵਾਬ ਦੇਣਾ ਪਏਗਾ, ਨਹੀਂ ਤਾਂ ਲੋਕਾਂ ਨੂੰ ਇਹ ਦੱਸਣਾ ਪਏਗਾ ਕਿ ਪੰਜਾਬ 'ਚ 4.5 ਸਾਲ ਰਾਜ ਕਿਹੜੀ ਪਾਰਟੀ ਕਰ ਗਈ। ਦੂਜੇ ਪਾਸੇ ਬੀਤੇ ਦਿਨ ਹੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਸਰਕਾਰੀ ਕਾਲਜਾਂ ਦੇ ਲਈ ਮੁੱਖ ਮੰਤਰੀ ਵਜ਼ੀਫਾ ਸਕੀਮ ਸ਼ੁਰੂ ਕਰਨ ਦੀ ਜੋ ਪ੍ਰਵਾਨਗੀ ਦੇ ਦਿੱਤੀ ਗਈ ਹੈ। ਬਹੁਤ ਵੱਡੇ ਵੱਡੇ ਐਲਾਨ ਹੋ ਰਹੇ ਨੇ, ਬਹੁਤ ਸਹੂਲਤਾਂ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਪਰ ਵਿਰੋਧੀ ਆਖ ਰਹੇ ਨੇ ਕਿ ਐਲਾਨਜੀਤ ਸਿੰਘ ਚੰਨੀ ਸਿਰਫ ਐਲਾਨ ਕਰ ਰਹੇ ਨੇ, ਅਮਲ ਤਾਂ ਹੋਣਾ ਨਹੀਂ। ਕਿੰਜ ਵੇਖਦੇ? ਦੇਖੋ, ਗੱਲ ਇਹ ਹੈ ਪਰਮਜੀਤ ਜੀ ਕਿ ਜਿਹੜੀ ਜਿੱਦਾਂ ਤੁਸੀਂ ਕਿਹਾ ਕਿ 4.5 ਸਾਲ ਜਿਹੜੀ ਕੈਪਟਨ ਨੇ ਸਰਕਾਰ ਚਲਾਈ ਹੈ ਜੀ, ਉਹਨਾਂ ਨੇ ਜਿਹੜੇ ਕੁਝ ਵਾਅਦੇ ਪੂਰੇ ਕੀਤੇ ਆ, ਬਹੁਤ ਸਾਰੇ ਨਹੀਂ ਵਾਅਦੇ ਕੀਤੇ, ਕਿਉਂਕਿ ਰਾਜਨੀਤਿਕ ਪਾਰਟੀਆਂ ਚੋਣਾਂ ਜਿੱਤਣ ਲਈ ਵਾਅਦੇ ਇੰਨੇ ਕਰ ਲੈਂਦੀਆਂ ਕਿ ਉਨੇ ਉਹਨਾਂ ਕੋਲ ਵਿੱਤੀ ਸਾਧਨ ਨਹੀਂ ਹੁੰਦੇ। ਜਦੋਂ ਸਰਕਾਰ ਉਹਨਾਂ ਦੀ ਬਣ ਜਾਂਦੀ ਹੈ ਤੇ ਫਿਰ ਉਹ ਵਾਅਦੇ ਪੂਰੇ ਹੁੰਦੇ ਨੇ, ਜੇ ਤਾਰੇ ਤੋੜ ਕੇ ਲਿਆਉਣ ਦੇ ਐਲਾਨ ਕਰਦੇ ਰਹਿੰਦੇ ਆ। ਅੱਛਾ, ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਕਿਉਂਕਿ ਵੱਡੀ ਪੱਧਰ ਤੇ ਕਰਜ਼ੇ ਦੇ ਅਧੀਨ ਹੈ, 3 ਲੱਖ ਕਰੋੜ ਦੇ ਲਗਭਗ ਸਾਡੇ ਤੇ ਕਰਜ਼ਾ ਹੋ ਗਿਆ, ਤੇ ਉਹਦੇ 'ਚ ਸਰਕਾਰ ਚਲਾਉਣ ਲਈ ਵੀ ਕਈ ਵਾਰ ਕਰਜ਼ਾ ਲੈਣਾ ਪੈਂਦਾ ਸਰਕਾਰਾਂ ਨੂੰ। ਇਹ ਪਿਛਲੇ ਅਕਾਲੀ ਭਾਜਪਾ ਸਰਕਾਰ ਵੇਲੇ ਤੋਂ ਹੀ ਸਿਲਸਿਲਾ ਸ਼ੁਰੂ ਹੋਇਆ ਹੈ, ਕੈਪਟਨ ਦੀ ਸਰਕਾਰ ਵੇਲੇ ਵੀ ਜਾਰੀ ਰਿਹਾ, ਹੁਣ ਵੀ ਜਾਰੀ ਹੈ। ਅਕਾਲੀ ਭਾਜਪਾ ਸਰਕਾਰ ਨੇ ਤਾਂ ਰਾਜ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਹੀ ਵੇਚ ਦਿੱਤੀਆਂ ਸੀਗੀਆਂ, ਤੇ ਉਹ ਸਿਲਸਿਲਾ ਜਿਹੜਾ ਕਿਉਂਕਿ ਆਰਥਿਕ ਤੌਰ ਤੇ ਬੜੇ ਸਾਧਨ ਬੜੇ ਸੀਮਿਤ ਹੈ, ਇਹਦੇ ਬਾਵਜੂਦ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਲੋਕਾਂ ਨੂੰ ਵੱਧ ਤੋਂ ਵੱਧ ਮੁਫਤ ਦੇਣ ਦਾ ਐਲਾਨ ਕਰਦੀਆਂ ਵੀ ਕਿਸੇ ਵੀ ਢੰਗ ਨਾਲ ਸਾਡੀ ਸਰਕਾਰ ਬਣ ਜਾਏ। ਤੇ ਇਸ ਕਰਕੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਸਰਕਾਰੀ ਸਕੂਲਾਂ 'ਚ ਹੁਣ ਉਹਨਾਂ ਨੇ ਵਜ਼ੀਫਾ ਦੇਣ ਦਾ ਐਲਾਨ ਕੀਤਾ ਨਾ ਸਰਕਾਰੀ ਕਾਲਜਾਂ 'ਚ, ਉਹਦਾ ਮਕਸਦ ਇਹ ਰੱਖਿਆ ਗਿਆ ਵੀ ਸਰਕਾਰੀ ਕਾਲਜਾਂ 'ਚ ਇਹਦੇ ਨਾਲ ਦੂਜਾ ਦਾਖਲਾ ਵਧੇਗਾ ਤੇ ਬਾਹਰ ਜਿਹੜੇ ਵਿਦਿਆਰਥੀ ਜਾ ਰਹੇ ਆ ਦੇਸ਼ ਤੋਂ ਬਾਹਰ ਸਿੱਖਿਆ ਹਾਸਲ ਕਰਨ ਲਈ, ਉਹਨਾਂ ਉਸ ਰੁਝਾਨ ਨੂੰ ਰੋਕਿਆ ਜਾ ਸਕੇਗਾ। ਹੁਣ ਗੱਲ ਪਰਮਜੀਤ ਜੀ ਇਹ ਆ ਕਿ ਇੱਕ ਕੇਂਦਰ ਸਰਕਾਰ ਨੇ ਜਿਹੜਾ ਪੋਸਟ ਜਿਹੜਾ ਗ੍ਰੈਜੂਏਸ਼ਨ ਪੋਸਟ ਮੈਟ੍ਰਿਕ ਵਜ਼ੀਫੇ ਦੀ ਸਕੀਮ ਐਲਾਨੀ ਹੋਈ ਹੈ, ਪਹਿਲਾਂ ਵਿੱਚ ਬੰਦ ਵੀ ਕਰਤੀ ਸੀ ਕੇਂਦਰ ਸਰਕਾਰ ਨੇ ਤੇ ਫਿਰ ਦੁਬਾਰਾ ਸ਼ੁਰੂ ਕਰਤੀ ਹੈ। ਉਹਦੇ 'ਚ ਦਲਿਤ ਵਿਦਿਆਰਥੀ ਆ ਜਿਹੜੇ, ਉਹਨਾਂ ਨੂੰ ਜਿਹੜੀਆਂ ਵਿੱਤੀ ਸਹੂਲਤਾਂ ਦਿੱਤੀਆਂ ਜਾਣੀਆਂ, ਉਹਨਾਂ ਤੋਂ ਫੀਸਾਂ ਨਹੀਂ ਲਈਆਂ ਜਾਣੀਆਂ। ਉਹ ਪੈਸੇ ਜਿਹੜੇ ਆ ਕੇਂਦਰ ਸਰਕਾਰ 60% ਤੇ 40% ਜਿਹੜੀ ਹੈ ਰਾਜ ਸਰਕਾਰ ਦਿੰਦੀ ਹੈ। ਉਹਦੇ 'ਚ ਨਾ ਤਾਂ ਰਾਜ ਸਰਕਾਰ ਤੋਂ ਸਮੇਂ ਸਿਰ ਜਿਹੜੇ ਵਿਦਿਅਕ ਸਰਕਾਰੀ ਗੈਰ ਸਰਕਾਰੀ ਵਿਦਿਅਕ ਅਦਾਰੇ ਆ, ਨਾ ਤਾਂ ਸਮੇਂ ਸਿਰ ਰਾਜ ਸਰਕਾਰ ਤੋਂ ਆਪਣੇ ਹਿੱਸੇ ਦੇ ਪੈਸੇ ਦਿੱਤੇ ਜਾਂਦੇ ਆ, ਨਾ ਕੇਂਦਰ ਸਰਕਾਰ ਤੋਂ ਦਿੱਤੇ ਜਾਂਦੇ ਆ। ਤੇ ਉਹ ਜਿਹੜੇ ਸਰਕਾਰੀ ਗੈਰ ਸਰਕਾਰੀ ਵਿਦਿਅਕ ਅਦਾਰੇ ਆ ਉਹ ਸੰਕਟ 'ਚ ਫਸੇ ਰਹਿੰਦੇ ਆ, ਉਹਨਾਂ ਨੂੰ ਮੁਸ਼ਕਲ ਆਉਂਦੀ ਆ ਆਪਣੇ ਜਿਹੜੇ ਵਿਦਿਅਕ ਅਦਾਰੇ ਚਲਾਉਣ 'ਚ। ਹਾਂਜੀ, ਯੂਨੀਵਰਸਿਟੀਆਂ ਕਾਲਜਾਂ ਨੂੰ ਬਹੁਤ ਸਮੱਸਿਆਵਾਂ ਆਉਂਦੀਆਂ, ਉਹ ਬੜੇ ਪਰੇਸ਼ਾਨ ਹੈ। ਉਹ ਮਸਲਾ ਅਜੇ ਹੱਲ ਨਹੀਂ ਹੋਇਆ ਤੇ ਇਹਨਾਂ ਨੇ ਜਿਹੜਾ ਹੁਣ ਕਰ ਦਿੱਤਾ ਕਿ ਜਿਹੜੇ ਵਿਦਿਆਰਥੀਆਂ ਦੇ 60 ਤੋਂ 70% ਨੰਬਰ ਹੋਣਗੇ, ਉਹਨਾਂ ਨੂੰ 70% ਫੀਸ ਛੋਟ ਦਿੱਤੀ ਜਾਊਗੀ, ਤੇ ਜਿਹੜੇ ਵਿਦਿਆਰਥੀਆਂ ਦੇ 70 ਤੋਂ 80% ਛੋਟ ਹੋਏਗੀ, ਉਹਨਾਂ ਨੂੰ 80% ਫੀਸ ਤੋਂ ਛੋਟ ਦੇਵਾਂਗੇ, ਤੇ ਜਿਹੜੇ ਵਿਦਿਆਰਥੀਆਂ ਦੇ 90 ਤੋਂ ਜਿਹੜੇ 100% ਨੰਬਰ ਹੋਣਗੇ, ਉਹਨਾਂ ਨੂੰ 100% ਫੀਸਾਂ ਤੋਂ ਛੋਟ ਦੇਵਾਂਗੇ। ਤੇ ਉਹ ਜਿਹੜੀ ਇਸ ਤਰ੍ਹਾਂ ਇਹ ਜਿਹੜੀ ਛੋਟ ਆ, ਇਹ 5600 ਰੁਪਈਆ ਪ੍ਰਤੀ ਵਿਦਿਆਰਥੀ ਤੋਂ ਲੈ ਕੇ ਵੱਖ-ਵੱਖ ਸ਼੍ਰੇਣੀਆਂ ਦੇ ਜਿਹੜੇ ਨੰਬਰਾਂ ਦੇ ਮੁਤਾਬਕ ਵਿਦਿਆਰਥੀ ਹੋਣਗੇ, 5600 ਤੋਂ ਲੈ ਕੇ ਜਿਹੜੀ 8000 ਤੱਕ ਇਹ ਛੋਟ ਜਿਹੜੀ ਆ ਉਹ ਦੇਣੀ ਆ ਵਿਦਿਆਰਥੀਆਂ ਨੂੰ, ਫੀਸਾਂ 'ਚ ਜਿਹੜੀ ਛੋਟ ਦੇਣੀ ਹੈ। ਤੇ ਉਹਦੇ 'ਚ ਜੇ ਕੇਂਦਰ ਰਾਜ ਸਰਕਾਰ ਕੋਲ ਪੈਸੇ ਨਹੀਂ ਹੋਣਗੇ, ਭਾਵੇਂ ਇਹ ਜਿਹੜਾ ਵਿਵਸਥਾ ਆ ਅਗਲੇ ਵਿਦਿਅਕ ਸੈਸ਼ਨ ਤੋਂ ਲਾਗੂ ਹੋਣੀ ਹੈ, ਤੇ ਜੇ ਰਾਜ ਸਰਕਾਰ ਕੋਲ ਪੈਸੇ ਹੀ ਨਾ ਹੋਏ ਤੇ ਇਹ ਕਿੱਦਾਂ ਦਿੱਤੀ ਜਾਏਗੀ? ਤੇ ਤੁਸੀਂ ਐਲਾਨ ਕਰ ਦਿੱਤਾ, ਵਿਦਿਆਰਥੀ ਜਿਹੜੇ ਆ ਕਹਿਣਗੇ ਵੀ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕਹਿਣਗੇ ਸਰਕਾਰ ਨੇ ਐਲਾਨ ਕਰਤਾ ਅਸੀਂ ਜਿਹੜੀ ਆ ਡਿਜ਼ਰਵ ਕਰਦੇ ਆ, ਸਾਡੇ ਇੰਨੇ ਨੰਬਰ ਆ ਤੇ ਅਸੀਂ ਤਾਂ ਫੀਸਾਂ ਦੇਣੀਆਂ ਨਹੀਂ, ਤੇ ਤੁਸੀਂ ਸਰਕਾਰ ਤੋਂ ਲਓ ਫੀਸਾਂ। ਤੇ ਜਿਹੜੀ ਅਗਲੀ ਬਣਨ ਵਾਲੀ ਸਰਕਾਰ ਆ, ਪਹਿਲਾਂ ਤਾਂ ਇਹ ਪਤਾ ਨਹੀਂ ਉਹ ਇਹ ਜਿਹੜੀ ਇਹਨਾਂ ਨੇ ਨੀਤੀ ਲਾਣੀ ਆ ਉਹਨੂੰ ਜਾਰੀ ਰੱਖੇਗੀ ਜਾਂ ਨਹੀਂ ਰੱਖੇਗੀ, ਤੇ ਜੇ ਜਾਰੀ ਰੱਖਣਾ ਵੀ ਚਾਹੇ, ਜੇ ਉਹਦੇ ਕੋਲ ਵਿੱਤੀ ਸਾਧਨ ਨਹੀਂ ਹੋਏ ਤਾਂ ਫਿਰ ਕਿੱਦਾਂ ਜਾਰੀ ਰਹੇਗੀ? ਜਿੱਦਾਂ ਪੋਸਟ ਮੈਟ੍ਰਿਕ ਜਿਹੜੀ ਵਜ਼ੀਫਾ ਆ, ਉਹਨੂੰ ਲੈ ਕੇ ਜਿਹੜਾ ਮਸਲਾ ਖੜਾ ਰਹਿੰਦਾ, ਦਲਿਤ ਵਿਦਿਆਰਥੀ ਅਲੱਗ ਪਰੇਸ਼ਾਨ ਹੁੰਦੇ ਆ, ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਾਲੇ ਅਲੱਗ ਪਰੇਸ਼ਾਨ ਹੁੰਦੇ ਆ, ਕਿਉਂਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਸਮੇਂ ਸਿਰ ਪੈਸੇ ਨਹੀਂ ਦਿੰਦੀਆਂ ਆਪਣੇ ਹਿੱਸੇ ਦੇ ਇਹ ਵਜ਼ੀਫੇ ਲਈ। ਇਸੇ ਤਰ੍ਹਾਂ ਜੇ ਇਹ ਵਜ਼ੀਫਾ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਤੇ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਹਾਲਤ, ਜਿਹੜੇ ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ ਹੈਗੀਆਂ, ਉਹਨਾਂ ਦੀ ਹਾਲਤ ਹੋਰ ਵਿਗੜ ਜਾਏਗੀ। ਇਸ ਕਰਕੇ ਜੇ
ਕੋਈ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਰਾਜ ਸਰਕਾਰ ਆ, ਜੇ ਕੋਈ ਸਕੀਮ ਐਲਾਨਦੀ ਆ ਤਾਂ ਉਹਦੇ ਲਈ ਵਿੱਤੀ ਪ੍ਰਬੰਧ ਜਿਹੜੇ ਪਹਿਲਾਂ ਕਰ ਲਏ ਜਾਣੇ ਚਾਹੀਦੇ ਆ ਤੇ ਸਮੇਂ ਸਿਰ ਜਿਨ੍ਹਾਂ ਅਦਾਰਿਆਂ ਤੋਂ ਤੁਸੀਂ ਕੋਈ ਸਹੂਲਤਾਂ ਵਿਦਿਆਰਥੀਆਂ ਨੂੰ ਦਿਵਾਉਣੀਆਂ ਉਹਨਾਂ ਨੂੰ ਸਮੇਂ ਸਿਰ ਪੈਸੇ ਮਿਲਣੇ ਚਾਹੀਦੇ ਆ। ਬਿਲਕੁਲ। ਸੋ ਕਹਿੰਦੇ ਵੀ ਨੇ ਕਿ ਆਮਦਨੀ 98 ਤੇ ਮਾਨਕ ਸਾਹਿਬ ਐਲਾਨਾਂ ਦਾ ਖਰਚਾ ਇਹਨਾਂ ਦਾ ਰੁਪਈਆ ਹੁੰਦਾ ਜਾ ਰਿਹਾ, ਪਰ ਚੋਣਾਂ ਦਾ ਮੌਸਮ ਹੈ ਤੇ ਚੋਣਾਂ 'ਚ ਇਹਨਾਂ ਦੇ ਵੱਲੋਂ ਇਹ ਐਲਾਨ ਕੀਤੇ ਜਾ ਰਹੇ ਨੇ। ਹੁਣ ਦੇਖਣਾ ਹੋਏਗਾ ਕਿ ਲੋਕ ਕੀ ਫੈਸਲਾ ਲੈਂਦੇ ਨੇ। ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਇੱਕ ਜ਼ਰੂਰੀ ਖਬਰ, ਮਾਨਕ ਸਾਹਿਬ ਕੇਜਰੀਵਾਲ ਅੱਜ ਵੀ ਪੰਜਾਬ ਆਏ ਹੋਏ ਨੇ। ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਹੁਣ ਉਹਨਾਂ ਦਾ ਵੀ ਮਿਸ਼ਨ ਪੰਜਾਬ ਸ਼ੁਰੂ ਹੋਇਆ। ਬੀਤੇ ਦਿਨੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਚੰਨੀ ਹੋਰਾਂ ਦੇ ਹਲਕੇ ਦੇ ਵਿੱਚ 2 ਸਕੂਲਾਂ ਦੇ ਉੱਪਰ ਉਹਨਾਂ ਦੇ ਸ਼ਬਦਾਂ ਦੇ ਵਿੱਚ ਰੇਡ ਕੀਤੀ ਤੇ ਚੰਨੀ ਸਾਹਿਬ ਦੇ ਜੋ ਫੋਕੇ ਦਾਅਵੇ ਵਾਅਦੇ ਨੇ ਉਹਨਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਕਿੰਜ ਵੇਖਦੇ? ਦੇਖੋ ਪਰਮਜੀਤ ਜੀ, ਗੱਲ ਇਹ ਹੈ ਕਿ ਸਾਡੇ ਜਿਹੜੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਸਰਕਾਰੀ ਯੂਨੀਵਰਸਿਟੀਆਂ ਜੀ, ਇਹ ਪਿਛਲੇ ਕਈ ਦਹਾਕਿਆਂ ਤੋਂ ਨਜ਼ਰਅੰਦਾਜ਼ ਹੈ। ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਲਈ ਜਾਂ ਉੱਥੇ ਲੋੜੀਂਦੇ ਅਧਿਆਪਕ ਤੇ ਜਾਂ ਹੋਰ ਅਮਲਾ ਤਾਇਨਾਤ ਕਰਨ ਲਈ ਜਾਂ ਪੜ੍ਹਨ ਲਈ ਜਿਹੜੀਆਂ ਹੋਰ ਸਹੂਲਤਾਂ ਦੀ ਲੋੜ ਹੁੰਦੀ ਆ ਉਹ ਮੁਹੱਈਆ ਕਰਨ 'ਚ ਸਾਡੀਆਂ ਸਰਕਾਰਾਂ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਵੀ ਇੱਥੇ ਸੱਤਾ 'ਚ ਰਹੀਆਂ ਉਹਨਾਂ ਨੇ ਬਹੁਤਾ ਕੁਝ ਕੀਤਾ ਨਹੀਂ। ਜਿਹੜਾ ਜਿੰਨੀ ਲੋੜ ਸੀਗੀ, ਜਿੰਨੀ ਇਹਨਾਂ ਵਿਦਿਆ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦਾ ਪੱਧਰ ਪ੍ਰਾਈਵੇਟ ਜਿਹੜੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਪੰਜਾਬ 'ਚ ਖੁੱਲ੍ਹੇ ਆ ਉਹਨਾਂ ਦੇ ਬਰਾਬਰ ਕਰਨ ਲਈ ਇਹ ਬਹੁਤ ਕੁਝ ਕਰਨਾ ਬਣਦਾ ਸੀਗਾ। ਉਹ ਕਿਸੇ ਵੀ ਸਰਕਾਰ ਨੇ ਕੀਤਾ ਨਹੀਂ। ਸਰਕਾਰ ਆਟਾ ਦਾਲ ਮੁਫਤ ਦੇਣ ਲਈ ਤਾਂ ਤਿਆਰ ਆ, ਬਹੁਤ ਸਾਰੀਆਂ ਹੋਰ ਚੀਜ਼ਾਂ ਮੁਫਤ ਦੇਣ ਲਈ ਤਿਆਰ ਹੈ, ਪਰ ਨਵੀਂ ਪੀੜ੍ਹੀ ਨੂੰ ਜਿਹੜਾ ਸਮਰੱਥ ਬਣਾਉਣ ਲਈ, ਰੁਜ਼ਗਾਰ ਹਾਸਲ ਕਰਨ ਦੇ ਸਮਰੱਥ ਬਣਾਉਣ ਲਈ ਉਹਨਾਂ ਨੂੰ ਜਿਹੜੀ ਆ ਬਹੁਤਾ ਕੁਝ ਉਹਦੇ ਪਰ ਪੈਸੇ ਖਰਚ ਕੀਤੇ ਨਹੀਂ ਗਏ। ਇਹਨਾਂ ਦਾ ਰਿਹਾ ਵੱਖ-ਵੱਖ ਸਹੂਲਤਾਂ ਦੇ ਕੇ ਲੋਕਾਂ ਦੀ ਜ਼ਮੀਰ ਖਰੀਦੋ ਤੇ ਵੋਟਾਂ ਖਰੀਦੋ। ਵੋਟਾਂ ਖਰੀਦਣ ਵਾਲੀਆਂ ਨੀਤੀਆਂ ਬਣਦੀਆਂ ਰਹੀਆਂ ਤੇ ਜਿਹੜਾ ਇਸ ਕਰਕੇ ਸਾਡਾ ਵਿਦਿਅਕ ਢਾਂਚਾ ਜਿਹੜਾ ਪਛੜਿਆ ਹੋਇਆ ਤਾਂ ਹੈਗਾ ਆ। ਤੇ ਇੱਕ ਸਾਡੇ ਆ ਵੀ 12,000 ਪਿੰਡ ਆ ਤੇ ਹਜ਼ਾਰਾਂ ਸਾਡੇ ਸਕੂਲ ਹੈ। ਦਿੱਲੀ 'ਚ ਸਾਰੇ ਸਰਕਾਰੀ ਸਕੂਲ 1,000 ਆ ਤੇ ਉਹਦੇ 'ਚ ਉਹਨਾਂ ਨੇ ਇੱਕ ਰੈਵਨਿਊ ਵੀ ਦਿੱਲੀ ਗੌਰਮੈਂਟ ਕੋਲ ਜ਼ਿਆਦਾ ਆ, ਕਿਉਂਕਿ ਵੱਡੇ ਜਿਹੜੇ ਫਾਈਨੈਂਸ਼ੀਅਲ ਅਦਾਰੇ ਆ, ਕੰਪਨੀਆਂ ਆ, ਉਹਨਾਂ ਦੇ ਦਫ਼ਤਰ ਆ ਦਿੱਲੀ 'ਚ ਤੇ ਉਹਨਾਂ ਤੋਂ ਉਹਨਾਂ ਨੂੰ ਪੈਸਾ ਆਉਂਦਾ ਜਿਹੜੀ ਦਿੱਲੀ ਦੀ ਸਰਕਾਰ ਨੂੰ। ਤੇ ਪੰਜਾਬ ਦੀ ਸਰਕਾਰ ਨੂੰ ਇੰਨੇ ਵਿੱਤੀ ਸਾਧਨ ਪੰਜਾਬ ਦੀ ਸਰਕਾਰ ਕੋਲ ਹੈ ਨਹੀਂ। ਪੰਜਾਬ ਪਹਿਲਾਂ ਹੀ ਕਰਜ਼ਾਈ ਹੋਇਆ ਹੈ ਇਹਨਾਂ ਦੀਆਂ ਗਲਤ ਤਰਜੀਹਾਂ ਕਰਕੇ ਤੇ ਉਹਦੇ 'ਚ ਸਾਡੇ ਸਕੂਲ ਜਿਹੜੇ ਦਿੱਲੀ ਦੇ ਸਕੂਲਾਂ ਦੇ ਮੁਕਾਬਲੇ ਪਛੜੇ ਹੋਏ ਆ। ਭਾਵੇਂ ਅਸੀਂ ਪਿਛਲੀ ਵਾਰੀ ਇਹ ਦਾਅਵਾ ਕੀਤਾ ਸੀ ਕਿ ਬੁਨਿਆਦੀ ਢਾਂਚੇ ਦੇ ਪੱਖ ਤੋਂ ਸਾਡੇ ਸਕੂਲ ਭਾਰਤ 'ਚ ਪਹਿਲੇ ਨੰਬਰ ਤੇ ਆ ਗਏ ਆ, ਉਹ ਅੰਕੜਿਆਂ ਦੀ ਬਾਜੀਗਰੀ ਆ। ਰਿਪੋਰਟਾਂ ਦੇ ਕੇ ਉਹ ਜਿਹੜੇ ਉਹ ਪਹਿਲਾ ਨੰਬਰ ਹਾਸਿਲ ਕੀਤਾ ਹੈ। ਬੁਨਿਆਦੀ ਤੌਰ ਤੇ ਸਾਡੇ ਸਕੂਲ ਆ ਜਿਹੜੇ ਬੁਨਿਆਦੀ ਢਾਂਚੇ ਦੇ ਪੱਖ ਤੋਂ ਵੀ ਤੇ ਪੜ੍ਹਾਈ ਦੇ ਪੱਖ ਤੋਂ ਵੀ ਪਛੜੇ ਹੋਏ ਆ। ਜਦੋਂ ਸਾਡੇ ਸਕੂਲ ਜਿਹੜੇ ਪਹਿਲੇ ਦਰਜੇ ਤੇ ਬੁਨਿਆਦੀ ਢਾਂਚੇ ਦੇ ਪੱਖ ਤੋਂ ਪਹਿਲੇ ਦਰਜੇ ਤੇ ਵੀ ਆਏ ਸੀ ਤਾਂ ਵੀ ਸਾਡਾ ਜਿਹੜਾ ਪੜ੍ਹਾਈ ਦੇ ਮਿਆਰ ਦੇ ਪੱਖ ਤੋਂ 27ਵਾਂ ਨੰਬਰ ਸੀ ਉਸ ਸਮੇਂ ਵੀ। ਸੋ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਸਕੂਲ ਜਿਹੜੇ ਦਿੱਲੀ ਦੇ ਸਕੂਲਾਂ ਨਾਲ ਪਛੜੇ ਹੋਏ ਆ। ਦਿੱਲੀ ਦੇ ਸਰਕਾਰ ਦੇ ਕੋਲ ਸਿਰਫ 1,000 ਸਕੂਲ ਆ ਜਿਨ੍ਹਾਂ ਨੂੰ ਉਹਨਾਂ ਨੇ ਜਿਹੜਾ ਰੰਗ ਕਲੀ ਕੁਲੀ ਕਰਾ ਕੇ ਜਿਹੜਾ ਉਹਨਾਂ ਨੂੰ ਚਮਕਦੇ ਬਣਾਤਾ। ਸਾਡੇ ਸਕੂਲ ਭਾਵੇਂ ਇਹਨਾਂ ਨੇ ਵੀ ਬਹੁਤ ਸਾਰੇ ਸਮਾਰਟ ਰੂਮ ਬਣਾਏ ਆ, ਪਰ ਸਮਾਰਟ ਕਲਾਸਰੂਮ ਬਣਾਏ ਆ, ਪਰ ਹਜੇ ਵੀ ਸਾਡੇ ਸਕੂਲਾਂ 'ਚ ਬੁਨਿਆਦੀ ਢਾਂਚਾ ਸੁਧਾਰਨ ਲਈ, ਵਿਦਿਆਰਥੀਆਂ ਨੂੰ ਸਹੂਲਤਾਂ ਦੇ ਸਾਫ਼ ਪਾਣੀ, ਸਾਫ਼ ਗੁਸਲਖਾਨੇ ਦੇਣ ਲਈ, ਸਾਫ਼ ਕਮਰੇ ਦੇਣ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਤੋ ਇਸ ਕਰਕੇ ਕਿਉਂਕਿ ਇਹਨਾਂ ਨੇ ਪ੍ਰਚਾਰ ਕੀਤਾ ਹੋਇਆ, ਆਮ ਆਦਮੀ ਪਾਰਟੀ ਨੇ, ਕੇਜਰੀਵਾਲ ਨੇ, ਕਿ ਅਸੀਂ ਦਿੱਲੀ ਦੇ ਹਸਪਤਾਲ ਬਹੁਤ ਬਿਹਤਰ ਬਣਾਤੇ ਆ, ਸਕੂਲ ਬਹੁਤ ਬਿਹਤਰ ਬਣਾਤੇ ਆ, ਕੁਝ ਹੱਦ ਤੱਕ ਕੀਤਾ ਵੀ ਹੈ ਨਾ। ਉਹਦਾ ਜਿਹੜਾ ਲਾਭ ਆ ਉਹ ਪੰਜਾਬ 'ਚ ਲੈਣਾ ਚਾਹੁੰਦੇ ਆ ਤੇ ਇਸ ਕਰਕੇ ਸਿਸੋਦੀਆ ਹੁਣੀ ਜਿਹੜੇ ਵੱਖ-ਵੱਖ ਸਕੂਲਾਂ 'ਚ ਜਾ ਕੇ ਜਿਹੜਾ ਉਹ ਦੌਰੇ ਕਰਦੇ ਆ ਤੇ ਉਹ ਦਿਖਾਉਂਦੇ ਆ ਵੀਡੀਓ ਪਾ ਕੇ ਵੀ ਇਹ ਤਾਂ ਬੜੇ ਪਛੜੇ ਹੋਏ ਆ, ਅਸੀਂ ਤਾਂ ਜੇ ਤੁਸੀਂ ਸਾਨੂੰ ਵੋਟਾਂ ਪਾਵਾਂਗੇ ਅਸੀਂ ਤਾਂ ਦਿੱਲੀ ਵਰਗੇ ਸਕੂਲ ਬਣਾ ਦਾਂਗੇ। ਰਾਜਨੀਤੀ ਆ, ਚੋਣਾਂ ਨੇੜੇ ਆ, ਪੰਜਾਬ ਨੂੰ ਦਿੱਲੀ ਹੀ ਨਾ ਲੈ ਜਾਣ, ਚੋਣਾਂ ਨੇੜੇ ਆ, ਰਾਜਨੀਤੀ ਹੈ ਜੀ। ਬਿਲਕੁਲ। ਸੋ ਲਗਾਤਾਰ ਨਾਲੇ ਇੱਕ ਪਰਮਜੀਤ ਜੀ ਦੂਜੀ ਜਿਹੜੀ ਤੁਸੀਂ ਗੱਲ ਕਹੀ ਸੀ ਵੀ ਸਾਰੀਆਂ ਪਾਰਟੀਆਂ ਮੁਫਤ ਕੁਛ ਨਾ ਕੁਛ ਦੇਣ ਦਾ ਐਲਾਨ ਕਰੀ ਜਾਂਦੀਆਂ ਤੇ ਉਹਦੇ 'ਚ ਇਹ ਹੈ ਵੀ ਕੁਛ ਲੋਕਾਂ ਨੂੰ ਮੁਫਤ ਮਿਲਣਾ ਜਾਂ ਨਹੀਂ ਮਿਲਣਾ ਤਾਂ ਉਹਦਾ ਬਾਅਦ ਦੀ ਗੱਲ ਹੈ, ਚੋਣਾਂ ਤੋਂ ਬਾਅਦ ਦੀ ਗੱਲ ਹੋਊਗੀ। ਤੇ ਹੁਣ ਜਿਹੜੇ ਮੁੱਖ ਦੇ ਐਲਾਨ ਆ ਲੋਕ ਉਹਨਾਂ ਦਾ ਆਨੰਦ ਮਾਣ ਸਕਦੇ ਆ, ਸੁਣ ਕੇ ਕੰਨਾਂ ਨੂੰ ਤਾਂ ਚੰਗਾ ਲੱਗਦਾ, ਉਹਨਾਂ ਦੇ ਕੰਨਾਂ ਨੂੰ ਚੰਗਾ ਲੱਗਦਾ, ਲੋਕਾਂ ਦੀ ਆਦਤ ਬਣਾ ਦਿੱਤੀ ਗਈ ਹੈ। ਹਾਂਜੀ। ਤੇ ਉਹਦੇ 'ਚ ਇੱਕ ਜਿਹੜੀ ਮਾਮਾ ਭਾਣਜਾ ਫਿਲਮ ਸੀ ਪੰਜਾਬੀ ਦੀ, ਉਹਦੇ 'ਚ ਜਿਹੜਾ ਨਾ ਉਹ ਜਿਹੜਾ ਭਾਣਜਾ ਉਹਦੇ ਖਾਲੀ ਮੂੰਹ ਹਿਲਾਈ ਜਾਂਦਾ ਜਿਵੇਂ ਕੁਝ ਖਾ ਰਿਹਾ ਤੇ ਉਹਦਾ ਮਾਮਾ ਕਹਿੰਦਾ ਤੂੰ ਕੀ ਖਾਣਾ? ਉਹ ਕਹਿੰਦਾ ਜੀ, ਕਹਿੰਦਾ ਮੈਂ ਤਾਂ ਕਹਿੰਦਾ ਛੋਲਿਆਂ ਦਾ ਸਵਾਦ ਲੈਣਾ। ਉਹ ਕਹਿੰਦਾ ਜੇ ਛੋਲਿਆਂ ਦਾ, ਉਹਨੇ ਕਹਿੰਦਾ ਜੇ ਸਵਾਦ ਹੀ ਲੈਣਾ ਚਾਲਿਆ ਬਦਾਮਾਂ ਦਾ ਲੈ ਤੇ ਛੋਲਿਆਂ ਦਾ ਕਿਉਂ ਲਈ ਜਾਂਦਾ। ਸੋ ਇਹ ਪੰਜਾਬ ਦੇ ਲੋਕ ਜਿਹੜੇ ਆ ਹੁਣ
ਹੁਣ ਜਿਹੜਾ ਬਦਾਮਾਂ ਦਾ ਸਵਾਦ ਲੈ ਸਕਦੇ ਆ ਅਸਲੀ ਰੂਪ 'ਚ ਉਹਨਾਂ ਨੂੰ ਬਦਾਮ ਮਿਲਦੇ ਆ ਜਾਂ ਨਹੀਂ ਮਿਲਦੇ, ਉਹ ਚੋਣਾਂ ਤੋਂ ਬਾਅਦ ਪਤਾ ਬਿਲਕੁਲ। ਸੋ ਲਗਾਤਾਰ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੀ ਅੱਜ ਦੀ ਹਾਲਤ ਹੈ, ਸਿੱਖਿਆ ਦਾ ਜਿਹੋ ਜਿਹਾ ਮਿਆਰ ਹੈ, ਨੌਜਵਾਨੀ ਜੋ ਪਲਾਇਨ ਕਰ ਰਹੀ ਹੈ, ਕਿਉਂਕਿ ਮਾਨਕ ਸਾਹਿਬ ਨੌਜਵਾਨ ਪੰਜਾਬ ਦਾ ਤਾਂ ਦੁਖਾਂਤ ਹੈ, ਪੰਜਾਬ ਉੱਜੜ ਰਿਹਾ। ਬਿਲਕੁਲ। ਚਲੋ ਅਸੀਂ ਤਾਂ ਬੰਦਾ ਹਰ ਵੇਲੇ ਸੋਗੀ ਨਹੀਂ ਰਹਿ ਸਕਦਾ, ਅਸੀਂ ਹਰ ਵੇਲੇ ਰੋਂਦੇ ਨਹੀਂ ਰਹਿ ਸਕਦੇ। ਅਸੀਂ ਜਦੋਂ ਵੀ ਜਿਹੜਾ ਪੰਜਾਬ ਬਾਰੇ ਸੋਚਦੇ ਆ, ਜਿਹੜੇ ਸੰਜੀਦਾ ਲੋਕ ਆ, ਚਾਹੇ ਪੱਤਰਕਾਰ ਹੈ, ਲੇਖਕ ਹੈ, ਕੁਝ ਜਿਹੜੇ ਰਾਜਨੀਤਿਕ ਲੀਡਰ ਵੀ ਜਿਹੜੇ ਸੰਜੀਦਾ ਹੋਣਗੇ, ਜਦੋਂ ਉਹ ਸੋਚਦੇ ਆ ਪੰਜਾਬ ਬਾਰੇ, ਤੇ ਪੰਜਾਬ ਬਾਰੇ ਸੋਚ ਕੇ ਬੰਦਾ ਮਾਨਸਿਕ ਤੌਰ ਤੇ ਦਬਾਅ ਚ ਆਉਂਦਾ, ਡਿਪਰੈਸ਼ਨ ਚ ਆ ਜਾਂਦਾ। ਪੰਜਾਬ ਜਿਹੜਾ 47 ਚ ਉਜੜਿਆ, ਪੰਜਾਬ 84 ਚ ਉਜੜਿਆ, ਤੇ ਪੰਜਾਬ ਅੱਜ ਜਿਹੜਾ 21ਵੀਂ ਸਦੀ ਦੇ ਦੂਜੇ ਦਹਾਕੇ ਚ ਵੀ ਪੰਜਾਬ ਜਿਹੜਾ ਉਜੜਦਾ ਨਜ਼ਰ ਆ ਰਿਹਾ। ਬਿਲਕੁਲ ਇੱਕ ਚੀਜ਼ ਜਿਹੀ ਉੱਠਦੀ ਹੈ, ਕਿਉਂਕਿ ਨੌਜਵਾਨੀ ਪਲਾਇਨ ਕਰ ਰਹੀ ਹੈ, ਸਿੱਖਿਆ ਹੀ ਇਹ ਤੇ ਬੁੱਢੇ ਠੇਰਿਆਂ ਦੀ ਜਿਹੜੀ ਸਟੇਟ ਬਣ ਕੇ ਰਹਿ ਜਾਣੀ ਹੈ। ਸਾਡੇ +2 ਤੋਂ ਬਾਅਦ ਸਾਰੇ ਵਿਦਿਆਰਥੀ ਜਿਹੜੇ ਬਾਹਰ ਜਾ ਰਹੇ ਆ। ਬਿਲਕੁਲ ਮਾਨਕ ਸਾਹਿਬ, ਜੇਕਰ ਪੰਜਾਬ ਦੇ ਵਿੱਚ ਸਿੱਖਿਆ ਦੀ ਵੀ ਗੱਲ ਕਰੀਏ, ਕਈ ਸਿੱਖਿਆ ਦੇ ਮਾਮਲੇ ਦੇ ਵਿੱਚ ਵੀ ਨੌਜਵਾਨ ਪੜ੍ਹੇ ਲਿਖੇ ਡਿਗਰੀਆਂ ਹੱਥ ਦੇ ਵਿੱਚ ਲੈ ਕੇ ਫਿਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਰੁਜ਼ਗਾਰ ਨਹੀਂ ਹੈ। ਸਿੱਖਿਆ ਰੁਜ਼ਗਾਰ ਦੇ ਪਰਮਜੀਤ ਜੀ ਵੱਖ-ਵੱਖ ਸਰਕਾਰੀ ਦਫ਼ਤਰ ਆ ਜਿਹੜੇ, ਉਹ ਯੋਗ ਵਿਅਕਤੀਆਂ ਤੋਂ ਬਿਨਾਂ ਖਾਲੀ ਪਏ ਆ। ਬਿਲਕੁਲ। ਜਿਹੜੇ ਇਹਨੇ ਪਟਵਾਰੀ ਬੜਾ ਕਾਫੀ ਦੇਰ ਤੱਕ ਲੰਮੇ ਸਮੇਂ ਬਾਅਦ ਰੱਖੇ। ਸਾਡੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਹੈ, ਸਾਡੇ ਕੋਲ ਹੈ ਨਹੀਂ ਗੇ, 4-4 5-5 ਕਾਲਜ ਇੱਕ ਪ੍ਰਿੰਸੀਪਲ ਨੂੰ ਦਿੱਤੇ ਹੋਏ। ਇਸੇ ਤਰ੍ਹਾਂ ਸਾਡੇ ਸਰਕਾਰੀ ਕਾਲਜਾਂ ਦੇ ਵਿੱਚ ਲੜੀਂਦੇ ਅਧਿਆਪਕ ਹੈ ਨਹੀਂ ਗੇ, ਸਰਕਾਰੀ ਸਕੂਲਾਂ 'ਚ ਲੜੀਂਦੇ ਅਧਿਆਪਕ ਹੈ ਨਹੀਂ, ਯੂਨੀਵਰਸਿਟੀਆਂ 'ਚ ਯੋਗ ਜਿਹੜੇ ਅਧਿਆਪਕਾਂ ਦੀਆਂ ਨਿਯੁਕਤੀਆਂ ਨਹੀਂ ਹੈਗੀਆਂ। ਰੁਜ਼ਗਾਰ ਦੇ ਜਿਹੜੇ ਸਾਧਨ ਤੇ ਜਿਹੜੇ ਪੋਸਟਾਂ ਖਾਲੀ ਪਈਆਂ, ਉਹ ਉਹਨਾਂ ਤੇ ਭਰੀਆਂ ਹੀ ਨਹੀਂ ਜਾਣੀਆਂ, ਤੇ ਰੁਜ਼ਗਾਰ ਕਿੱਥੋਂ ਮਿਲਣਾ? ਦੂਜੇ ਪਾਸੇ ਬਾਹਰ ਜਿਹੜੇ ਆ ਟੀਚਰ ਆ, ਸਕੂਲ ਟੀਚਰ ਆ, ਜਿਨ੍ਹਾਂ ਨੇ ਟ੍ਰੇਨਿੰਗ ਵੀ ਲਈ ਹੋਈ ਆ, ਉਹ ਯੋਗ ਹੈਗੇ ਆ ਨੌਕਰੀ ਹਾਸਲ ਕਰਨ ਦੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹ ਲਾਠੀਆਂ ਖਾਂਦੇ ਫਿਰਦੇ ਆ। ਤੋ ਜੋ ਇਹਨਾਂ ਦਾ ਕਾਰਨ ਹੈ, ਇਹਨਾਂ ਦੀਆਂ ਤਰਜੀਹਾਂ ਠੀਕ ਨਹੀਂ ਰਹੀਆਂ, ਪੈਸੇ ਜਿਹੜੇ ਆ ਉਜਾੜੇ ਆ, ਲੋਕਾਂ ਤੋਂ ਵੱਖ-ਵੱਖ ਸਹੂਲਤਾਂ ਮੁੱਖ ਦੇ ਕੇ ਵੋਟਾਂ ਖਰੀਦਣ ਦਾ ਯਤਨ ਕੀਤਾ, ਤੇ ਜਿਹੜੇ ਸਰਕਾਰੀ ਅਦਾਰਿਆਂ 'ਚ ਜਿਹੜੇ ਆ, ਚਾਹੇ ਵਿਦਿਅਕ ਅਦਾਰੇ, ਚਾਹੇ ਸਿਹਤ ਸੰਬੰਧੀ ਅਦਾਰੇ ਆ, ਜਾਂ ਹੋਰ ਅਦਾਰੇ ਆ, ਉਹਨਾਂ ਦੇ ਵਿੱਚ ਨਿਯੁਕਤੀਆਂ ਜਿਹੜੀਆਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਇਹਨਾਂ ਨੇ। ਤੇ ਇਸੇ ਕਰਕੇ ਇਸ ਵੇਲੇ ਪੰਜਾਬ ਜੰਗ ਦਾ ਮੈਦਾਨ ਬਣਿਆ ਨਜ਼ਰ ਆਉਂਦਾ, ਜਿੱਥੇ ਵੱਖ-ਵੱਖ ਮੰਤਰੀ ਜਾਂ ਮੁੱਖ ਮੰਤਰੀ ਜਿੱਧਰ ਦਾ ਦੌਰਾ ਕਰਦੇ ਆ, ਉਧਰ ਹੀ ਜਿਹੜੇ ਵੱਖ-ਵੱਖ ਵਰਗਾਂ ਦੇ ਜਿਹੜੇ ਮੁਲਾਜ਼ਮ ਆ, ਜਿਹੜੇ ਕੱਚੇ ਮੁਲਾਜ਼ਮ ਆ, ਜਾਂ ਜਿਹੜੇ ਬੇਰੁਜ਼ਗਾਰ ਆ, ਉਹਨਾਂ ਦੇ ਘਰਾਓ ਕਰਦੇ ਨਜ਼ਰ ਆਉਂਦੇ ਆ। ਪੰਜਾਬ ਇਸ ਵੇਲੇ ਜੰਗ ਦਾ ਮੈਦਾਨ ਬਣਿਆ ਪਿਆ। ਇਹਦਾ ਕਾਰਨ ਇਹੀ ਹੈ ਕਿ ਜਿਹੜੀਆਂ ਵੀ ਸਰਕਾਰਾਂ ਰਹੀਆਂ ਪੰਜਾਬ 'ਚ ਪਿਛਲੇ 15-20 ਸਾਲਾਂ 'ਚ, ਉਹਨਾਂ ਦੀਆਂ ਤਰਜੀਹਾਂ ਠੀਕ ਨਹੀਂ ਸੀ। ਬਿਲਕੁਲ। ਸੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਆਓ ਪੰਜਾਬੀਓ ਰਲ ਕੇ ਹੰਭਲਾ ਮਾਰੀਏ ਤੇ ਸਹੀ ਕਿਰਦਾਰ ਪਹਿਚਾਨੀਏ। ਸੋ ਸਹੀ ਨੂੰ ਵੋਟ ਪਾਇਓ, ਲਗਾਤਾਰ ਇਹੀ ਅਪੀਲ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਫਿਰ ਲਾਈਵ ਹਾਜ਼ਰ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਨਕ ਜੀ ਨੂੰ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾ ਤੂੰ ਫੇਰ ਝੰਡਾ ਚੁੱਕ ਲਿਆ, ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ, ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ, ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ? ਸਵਾ ਕਰਜ਼ਾ ਮਾਫ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ, ਦਾਲ, ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ ਹੈ। ਹੁਣ ਕਰੀਏ ਕੀ? ਕਰਨਾ ਕੀ ਹੈ? ਐਤਕੀ ਉਹਦੀ ਬਾਂਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ।